Welcome to Victor's Knowledge. This is Chinu Sharma, and today we are going to take up another important topic from our subject Computer and Digital Awareness. So, ਜਿਹੜਾ ਪੰਜਾਬ ਸਬ ਇੰਸਪੈਕਟਰ ਦਾ ਕੰਪਿਊਟਰ ਪੋਰਸ਼ਨ ਹੈ ਉਹਦੀ ਇਹ ਸੈਕਿੰਡ ਲਾਸਟ ਵੀਡੀਓ ਹੈ ਤੇ ਇਸ ਤੋਂ ਬਾਅਦ ਆਪਣਾ ਸਿਰਫ ਔਰ ਸਿਰਫ ਇੱਕ ਟੌਪਿਕ ਰਹਿੰਦਾ ਹੈ ਮਾਈਕਰੋਸਾਫਟ ਆਫਿਸ ਦਾ ਉਹ ਮੈਂ ਤੁਹਾਡੇ ਨਾਲ ਕੱਲ ਸ਼ੇਅਰ ਕਰ ਦੂੰਗੀ। ਸੋ ਕੱਲ ਨੂੰ ਆਪਣਾ ਪੂਰਾ ਇੱਕ ਮੇਜਰ ਪੋਰਸ਼ਨ ਜਿਹਦੇ ਵਿੱਚ 12 ਟੌਪਿਕ ਸੀ ਸਾਰੇ ਦੇ ਸਾਰੇ ਕਵਰ ਹੋ ਜਾਣਗੇ। So firstly, let's understand what is cyber security. So ਆਪਾਂ ਜਾਣ ਲੈਂਦੇ ਹਾਂ ਕਿ cyber security ਹੈ ਕੀ। ਕਹਿੰਦੇ cyber security ਇਹ ਜੀ ਚੀਜ਼ ਹੈ ਜਿਹਦੀ ਹੈਲਪ ਦੇ ਨਾਲ ਆਪਾਂ ਕੰਪਿਊਟਰ ਹੋ ਗਿਆ ਕੋਈ ਵੀ ਡਿਜੀਟਲ ਚੀਜ਼ ਹੋ ਗਈ ਡਿਵਾਈਸ ਹੋ ਗਿਆ ਉਹਦੇ ਅੰਦਰ ਕੋਈ ਡੇਟਾ ਹੈ ਕੋਈ ਆਪਣਾ ਸਮਾਨ ਪਿਆ ਕੋਈ ਨੈਟਵਰਕ ਨੇ ਕੋਈ ਪ੍ਰੋਗਰਾਮ ਹੈ ਹਰ ਤਰ੍ਹਾਂ ਦੀ ਚੀਜ਼ ਨੂੰ ਤਿੰਨ ਚੀਜ਼ਾਂ ਤੋਂ ਬਚਾਉਣਾ ਉਹਨੂੰ ਕਹਿੰਦੇ ਆ ਸਾਈਬਰ ਸਿਕਿਉਰਿਟੀ। ਤੇ ਉਹ ਤਿੰਨ ਚੀਜ਼ਾਂ ਕਿਹੜੀਆਂ ਨੇ? ਕਿਸੇ ਅਟੈਕ ਤੋਂ ਕਿਸੇ ਡੈਮੇਜ ਤੋਂ ਜਾਂ ਕੋਈ ਤੀਜੀ ਪਾਰਟੀ ਬਿਨਾਂ ਜਿਹਦੇ ਕੋਲ ਕੋਈ ਆਥੋਰਾਈਜ਼ੇਸ਼ਨ ਨਹੀਂ ਉਹ ਆਪਣੀ ਚੀਜ਼ ਦੇ ਅੰਦਰ ਐਕਸੈਸ ਕਰਨ ਦੀ ਕੋਸ਼ਿਸ਼ ਕਰੇ। ਸੋ ਸਾਈਬਰ ਸਿਕਿਉਰਿਟੀ refers to technique and practice designed to protect digital data। ਸੋ ਜੋ ਵੀ ਡਿਜੀਟਲ ਡੇਟਾ ਹੈ ਉਹਨੂੰ ਬਚਾਉਣ ਦੇ ਲਈ ਜੋ ਆਪਾਂ ਤਕਨੀਕ ਦੀ ਵਰਤੋਂ ਕਰਦੇ ਆ ਜਾਂ ਜਿਹੜੀ ਆਪਾਂ ਚੀਜ਼ ਨੂੰ ਅਪਣਾਉਂਦੇ ਆ ਜੋ ਪ੍ਰੈਕਟਿਸ ਅਪਣਾਉਂਦੇ ਆ ਉਸ ਚੀਜ਼ ਨੂੰ ਆਪਾਂ ਸਾਈਬਰ ਸਿਕਿਉਰਿਟੀ ਕਹਿੰਦੇ ਆ। ਸੋ ਕਹਿੰਦੇ the data that is stored, transmitted or used on an information system। ਸੋ ਇਹ ਡਿਜੀਟਲ ਡੇਟਾ ਕਿਹੜਾ ਹੈ? ਉਹ ਡੇਟਾ ਜਿਹੜਾ ਆਪਾਂ ਆਪਣੇ ਕਿਸੇ ਕੰਪਿਊਟਰ ਕਿਸੇ ਡਿਵਾਈਸ ਦੇ ਵਿੱਚ ਆਪਾਂ ਕਿਤੋਂ ਲਿਆ ਜਾਂ ਆਪਣੇ ਆਲਰੇਡੀ ਸਟੋਰਡ ਹੈ ਅੰਦਰ ਜਾਂ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਆਪਣੀ ਪਈ ਹੈ ਹਰ ਤਰ੍ਹਾਂ ਦੀ ਚੀਜ਼ ਨੂੰ ਬਚਾ ਕੇ ਰੱਖਣਾ is cyber security। Then why is cyber security important? ਇਹ ਜ਼ਰੂਰੀ ਕਿਉਂ ਹੈ? ਕਿਉਂ ਨਹੀਂ ਆਪਾਂ ਆਪਣਾ ਡੇਟਾ ਡੈਮੇਜ ਹੋਣ ਦਿੰਦੇ? Why is there cyber security concept? ਸੋ ਸਾਈਬਰ ਅਟੈਕ ਨੇ ਜਿਹੜੇ ਕਹਿੰਦੇ ਉਹ ਬਹੁਤ ਜ਼ਿਆਦਾ ਆਪਣੇ ਲਈ ਮਹਿੰਗੇ ਪੈ ਸਕਦੇ ਨੇ। ਆਪਾਂ ਨੂੰ ਪਤਾ ਹੈ ਕੋਈ ਬਿਜ਼ਨਸ ਹੈ ਕੋਈ ਵੱਡੀਆਂ ਆਰਗੇਨਾਈਜੇਸ਼ਨ ਨੇ ਕੋਈ ਆਈਟੀ ਇੰਡਸਟਰੀ ਹੈ ਕਿੰਨੀਆਂ ਜ਼ਿਆਦਾ ਟੈਕਨੀਕਲ ਪ੍ਰਾਈਵੇਟ ਸੀਕ੍ਰੇਟ ਚੀਜ਼ਾਂ ਉੱਤੇ ਕੰਮ ਕਰਦੇ ਨੇ ਕਿੰਨੀ ਕੋਡਿੰਗ ਵਗੈਰਾ ਹੁੰਦੀ ਹੈ ਕਿੰਨੀ ਉਹਨਾਂ ਦੇ ਕੋਲ ਸੀਕ੍ਰੇਟ ਪ੍ਰਾਈਵੇਟ ਇਨਫੋਰਮੇਸ਼ਨ ਹੁੰਦੀ ਹੈ ਲੋਕਾਂ ਦੀ ਪਰਸਨਲ ਡੇਟਾ ਹੁੰਦਾ ਹੈ ਚਾਹੇ ਕੋਈ ਬੈਂਕ ਆਰਗੇਨਾਈਜੇਸ਼ਨ ਹੈ ਕੋਈ ਸਕੂਲ ਹੈ ਕੋਈ ਕਾਲਜ ਹੈ ਜਿੱਥੇ ਵੀ ਕੰਪਿਊਟਰ ਦੀ ਜਾਂ ਡਿਜੀਟਾਈਜੇਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਡਿਜੀਟਲ ਡਿਵਾਈਸਿਸ ਵਰਤੇ ਜਾਂਦੇ ਨੇ ਉੱਥੇ ਕਹਿੰਦੇ ਤੁਹਾਨੂੰ ਬਹੁਤ ਮਹਿੰਗਾ ਪੈ ਸਕਦਾ ਹੈ ਇੱਕ ਛੋਟਾ ਜਿਹਾ ਸਾਈਬਰ ਅਟੈਕ। ਸੋ ਸਾਈਬਰ ਅਟੈਕ ਤੋਂ ਬਚਣ ਦੇ ਲਈ ਆਪਾਂ ਨੂੰ ਸਾਈਬਰ ਸਿਕਿਉਰਿਟੀ ਦੀ ਲੋੜ ਹੈ। ਇਨ ਐਡੀਸ਼ਨ ਕਹਿੰਦੇ ਜਿਹੜੀ ਆਪਾਂ ਨੂੰ ਨੁਕਸਾਨ ਹੋਊਗਾ ਉਹਦੇ ਤੋਂ ਇਲਾਵਾ ਆਪਣੀ ਜਿਹੜੀ ਰੈਪਿਊਟੇਸ਼ਨ ਹੈ ਉਹ ਇੱਕ ਸਾਈਬਰ ਅਟੈਕ ਦੇ ਨਾਲ ਬਹੁਤ ਜ਼ਿਆਦਾ ਨੀਚੇ ਜਾ ਸਕਦੀ ਹੈ। ਇਹਦਾ ਮਤਲਬ ਕੀ ਹੈ? ਹੁਣ ਕੋਈ ਮੰਨ ਲਓ ਤੁਸੀਂ ਵੱਡੀ ਆਰਗੇਨਾਈਜੇਸ਼ਨ ਹੈ ਜਿਹੜੀ ਬਹੁਤ ਵਧੀਆ ਲੈਵਲ ਤੇ ਕੰਮ ਕਰ ਰਹੀ ਹੈ ਸੋ ਜੇ ਉਹ ਆਰਗੇਨਾਈਜੇਸ਼ਨ ਲੋਕਾਂ ਨੇ ਜਿਹੜਾ ਉਹਦੇ ਤੇ ਭਰੋਸਾ ਕਰਕੇ ਆਪਣਾ ਡੇਟਾ ਉਹਨੂੰ ਦਿੱਤਾ ਹੋਇਆ ਹੈ ਆਪਣੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਉਹ ਆਰਗੇਨਾਈਜੇਸ਼ਨ ਦੇ ਕੋਲੋਂ ਉਹ ਇਨਫੋਰਮੇਸ਼ਨ ਲੀਕ ਹੋ ਜਾਵੇ ਕੋਈ ਜਾਣ ਕੇ ਸਾਈਬਰ ਅਟੈਕ ਕਰਕੇ ਉਹ ਇਨਫੋਰਮੇਸ਼ਨ ਲੀਕ ਕਰ ਦੇ ਤਾਂ ਲੋਕਾਂ ਦਾ ਤਾਂ ਭਰੋਸਾ ਬਿਲਕੁਲ ਉੱਠ ਜੂ ਉਹ ਨੈਕਸਟ ਟਾਈਮ ਤੋਂ ਉਸ ਆਰਗੇਨਾਈਜੇਸ਼ਨ ਤੇ ਬਿਲਕੁਲ ਟਰਸਟ ਨਹੀਂ ਕਰਨਗੇ ਉਹਦੀ ਜੋ ਇੱਜ਼ਤ ਬਣੀ ਹੋਈ ਸੀ ਗੁੱਡਵਿਲ ਸੀ ਰੈਪਿਊਟੇਸ਼ਨ ਸੀ ਉਹ ਬਿਲਕੁਲ ਖਤਮ ਹੋ ਜੂ। ਦੈਨ ਕਹਿੰਦੇ ਸਾਈਬਰ ਅਟੈਕ ਦੇ ਨਾਲ ਸਾਈਬਰ ਕ੍ਰਾਈਮ ਬਹੁਤ ਜ਼ਿਆਦਾ ਵੱਧ ਰਿਹਾ ਹੈ। ਸੋ ਬੇਸਿਕਲੀ ਆਪਾਂ ਨੂੰ ਪਤਾ ਹੈ ਕਿ ਹੈਕਿੰਗ ਵਗੈਰਾ ਜਿਹੜੀ ਹੁੰਦੀ ਹੈ ਉਹ ਆਪਾਂ ਅੱਗੇ ਪੜਾਂਗੇ ਕਿ ਕਿਹੜੇ ਕਿਹੜੇ ਸਾਈਬਰ ਅਟੈਕ ਨੇ। ਸੋ ਸਾਈਬਰ ਕ੍ਰਿਮੀਨਲਸ ਬਹੁਤ ਜ਼ਿਆਦਾ ਪੈਦਾ ਹੋ ਰਹੇ ਨੇ ਨਾਲ ਹੀ ਕਹਿੰਦੇ ਜੋ ਵੀ ਆਪਣੀਆਂ ਵੱਡੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਪ੍ਰੋਪਰ ਧਿਆਨ ਦੇਣ ਦੀ ਲੋੜ ਹੈ ਇਸੇ ਲਈ ਆਪਣੇ ਕੋਲ ਸਾਈਬਰ ਸਿਕਿਉਰਿਟੀ ਦਾ ਕਨਸੈਪਟ ਹੈ ਕਿ ਮੇਨ ਰੂਲਸ ਰੈਗੂਲੇਸ਼ਨਸ ਫੋਲੋ ਕਰਨੇ ਚਾਹੀਦੇ ਨੇ ਸਾਈਬਰ ਸਿਕਿਉਰਿਟੀ ਦੇ ਨਾਲ ਕਿਉਂਕਿ ਜਿੱਥੇ ਵੀ ਆਪਾਂ ਡਿਜੀਟਲੀ ਕੋਈ ਚੀਜ਼ ਦੀ ਵਰਤੋਂ ਕਰ ਰਹੇ ਹਾਂ ਉੱਥੇ ਜਿਹੜਾ ਆਪਣੀ ਇਨਫੋਰਮੇਸ਼ਨ ਹੁੰਦੀ ਹੈ ਉਹਨੂੰ ਜਲਦੀ ਅਟੈਕ ਹੋਣ ਦੀ ਇਨਫ੍ਰਿੰਜ ਹੋਣ ਦੀ ਲੀਕ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ। ਸੋ ਇਸੇ ਲਈ ਕਹਿੰਦੇ ਆ ਕਿ ਸਾਈਬਰ ਸਿਕਿਉਰਿਟੀ ਦਾ ਜਿਹੜਾ ਕਨਸੈਪਟ ਹੈ ਉਹ ਜਿਵੇਂ ਜਿਵੇਂ ਡਿਜੀਟਾਈਜੇਸ਼ਨ ਵਧੀ ਜਾਊ ਉਨਾ ਹੀ ਜ਼ਿਆਦਾ ਆਪਾਂ ਨੂੰ ਇੱਕ ਸਟਰੋਂਗ ਸੋਲਿਡ ਸਾਈਬਰ ਸਿਕਿਉਰਿਟੀ ਸਿਸਟਮ ਚਾਹੀਦਾ ਹੈ। ਸੋ ਹੁਣ ਆਪਾਂ ਦੇਖਾਂਗੇ ਕਿ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਸਾਈਬਰ ਸਿਕਿਉਰਿਟੀ ਦਾ ਆਧਾਰ ਹੈ। ਸੋ ਇਹਦੇ ਫੰਡਾਮੈਂਟਲਸ ਕੀ ਨੇ? ਸੋ ਨੰਬਰ 1 ਹੈ ਕੌਨਫੀਡੈਂਸ਼ੀਅਲਿਟੀ। ਕੌਨਫੀਡੈਂਸ਼ੀਅਲਿਟੀ ਦਾ ਸਿੰਪਲ ਇੰਗਲਿਸ਼ ਦੇ ਵਿੱਚ ਮਤਲਬ ਹੈ ਸੀਕ੍ਰੇਸੀ ਕਿਸੇ ਦੀ ਇਨਫੋਰਮੇਸ਼ਨ ਨੂੰ ਗੁਪਤ ਰੱਖਣਾ ਬਿਨਾਂ ਆਥੋਰਾਈਜ਼ੇਸ਼ਨ ਵਾਲੇ ਬੰਦੇ ਨੂੰ ਲੀਕ ਨਾ ਕਰਨਾ
ਇਹ ਮੇਨ ਫੰਡਾਮੈਂਟਲ ਪ੍ਰਿੰਸੀਪਲ ਹੈ ਸਾਈਬਰ ਸਿਕਿਉਰਿਟੀ ਦਾ। So confidentiality is about preventing the disclosure of data to unauthorized party. It also means trying to keep the identity of authorized parties involved in sharing and holding data private and anonymous. ਕਹਿੰਦੇ ਇਹਦਾ ਤੁਸੀਂ ਦੂਜੀ ਤਰ੍ਹਾਂ ਨਾਲ ਵੀ ਮਤਲਬ ਪੜ੍ਹ ਸਕਦੇ ਹੋ, ਜਾਂ ਤਾਂ ਤੁਸੀਂ confidentiality ਦਾ ਮਤਲਬ ਇਹ ਸਮਝ ਲਓ ਕਿ ਕਿਸੇ ਥਰਡ ਪਾਰਟੀ ਤੋਂ ਆਪਾਂ ਨੇ ਆਪਣਾ ਡੇਟਾ ਬਚਾਉਣਾ, ਜਾਂ ਤੁਸੀਂ ਇਹ ਸਮਝ ਲਓ ਕਿ ਆਪਣਾ ਡੇਟਾ ਸਿਰਫ ਜੋ ਪ੍ਰਾਈਵੇਟ ਇਨਸਾਨ ਨੇ ਉਹਨਾਂ ਦੇ ਕੋਲ ਹੀ ਰਹੇ, ਉਹਨਾਂ ਦਾ ਨਾਮ ਬਾਹਰ ਨਾ ਨਿਕਲੇ, ਉਹਨਾਂ ਦੀ ਆਈਡੈਂਟਿਟੀ ਬਾਹਰ ਨਾ ਨਿਕਲੇ। Then often confidentiality is comprised by cracking poorly encrypted data, man in the middle attack, disclosing sensitive data। ਤੁਸੀਂ ਇਹ ਤਿੰਨੋਂ ਚੀਜ਼ਾਂ ਯਾਦ ਰੱਖਣੀਆਂ ਨੇ। ਜਿੱਥੇ ਵੀ ਕੋਈ ਟਾਈਪ ਆ ਰਹੀ ਹੈ ਅਟੈਕ ਦੀ, ਤੁਹਾਨੂੰ ਉਹ ਟਾਈਪ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਹੈ। ਸੋ ਕਹਿੰਦੇ ਕਿਤੇ ਵੀ ਆਪਾਂ ਨੇ ਸੀਕ੍ਰੇਸੀ ਨੂੰ, ਕਿਸੇ ਦੀ ਆਇਡੈਂਟਿਟੀ ਨੂੰ ਲੈ ਕੇ ਜਦੋਂ ਸਾਈਬਰ ਸਿਕਿਉਰਿਟੀ ਦਾ ਧਿਆਨ ਰੱਖਣਾ ਹੈ, ਉਦੋਂ ਮੇਨ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਆਪਣੇ ਕੋਲ ਡੇਟਾ ਹੈ ਉਹ ਪੂਅਰਲੀ ਇਨਕ੍ਰਿਪਟਡ ਨਾ ਹੋਵੇ। ਇਨਕ੍ਰਿਪਸ਼ਨ ਦਾ ਆਪਾਂ ਨੇ ਪੂਰਾ ਟੌਪਿਕ ਆਲਰੇਡੀ ਪੜ੍ਹਿਆ, ਮੈਂ ਉਹਦੀ ਜਿਹੜੀ ਵੀਡੀਓ ਹੈ ਉਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੂੰਗੀ। ਸੋ ਇਨਕ੍ਰਿਪਸ਼ਨ ਆਪਾਂ ਕਿਉਂ ਕਰਦੇ ਹੁੰਦੇ ਹਾਂ, ਤਾਂ ਕਿ ਕੋਈ ਰਸਤੇ ਦੇ ਵਿੱਚ ਆਪਣੀ ਇਨਫੋਰਮੇਸ਼ਨ ਨੂੰ ਤੀਜੀ ਪਾਰਟੀ ਪੜ੍ਹ ਨਾ ਸਕੇ। ਸੋ ਜੇ ਆਪਣੀ ਇਨਕ੍ਰਿਪਸ਼ਨ ਵੀਕ ਹੈ, ਪੂਅਰ ਹੈ, ਖਰਾਬ ਨੇਚਰ ਦੀ ਹੈ, ਤਾਂ ਜਿਹੜੀ ਸਾਈਬਰ ਅਟੈਕ ਹੋ ਕੇ ਆਪਣੀ ਇਨਕ੍ਰਿਪਟਡ ਡੇਟਾ ਹੈ ਉਹ ਲੀਕ ਹੋ ਸਕਦਾ ਹੈ। ਜਾਂ ਕਹਿੰਦੇ ਜੇ ਕੋਈ ਰਸਤੇ ਦੇ ਵਿੱਚ ਮਿਡਲਮੈਨ ਹੈ ਉਹ ਅਟੈਕ ਕਰ ਸਕਦਾ ਹੈ, ਜਾਂ ਫਿਰ ਜੇ ਆਪਾਂ ਆਪਣੀ ਸੈਂਸਿਟਿਵ ਡੇਟਾ ਹੈ ਕਿਸੇ ਵੈਸੇ ਹੀ ਰੈਂਡਮ ਪਰਸਨ ਤੇ ਭਰੋਸਾ ਕਰਕੇ ਡਿਸਕਲੋਜ਼ ਕਰਦੇ ਹਾਂ। ਸੋ ਇਹ ਚੀਜ਼ਾਂ ਆਪਾਂ ਨੇ ਨਹੀਂ ਕਰਨੀਆਂ, ਇਹਨਾਂ ਦਾ ਧਿਆਨ ਰੱਖਣਾ ਹੈ, ਪੂਰੀ ਕੌਨਫੀਡੈਂਸ਼ੀਅਲਿਟੀ ਸਾਈਬਰ ਸਿਕਿਉਰਿਟੀ ਦੇ ਅੰਦਰ ਬਣਾ ਕੇ ਰੱਖਣੀ ਹੈ। ਸੋ ਮੇਨ ਆਪਾਂ ਨੇ ਕਿਹੜੇ ਸਟੈਪ ਚੱਕਣੇ ਨੇ ਇਹ ਚੀਜ਼ਾਂ ਤੋਂ ਬਚਣ ਲਈ, ਆਲਰੇਡੀ ਮੈਂ ਤੁਹਾਨੂੰ ਬਰੀਫ ਕਰ ਚੁੱਕੀ ਹਾਂ। ਨੰਬਰ 1, ਡੇਟਾ ਨੂੰ ਇਨਕ੍ਰਿਪਟ ਕਰੋ, ਸਟਰੋਂਗ ਇਨਕ੍ਰਿਪਸ਼ਨ ਰੱਖੋ, ਪੂਅਰ ਇਨਕ੍ਰਿਪਸ਼ਨ ਨਾ ਹੋਵੇ। 2 ਫੈਕਟਰ ਆਥੈਂਟੀਕੇਸ਼ਨ, ਤੁਸੀਂ ਹੁਣ ਇਹ ਚੀਜ਼ ਬਹੁਤ ਵਾਰੀ ਆਪਣੀ ਜੀਮੇਲ ਜਿਹੜੀ ਆਪਣੀ ਆਈਡੀ ਹੁੰਦੀ ਹੈ ਗੂਗਲ ਦੀ ਮੇਲ ਆਈਡੀ, ਤੁਸੀਂ ਉਹਦੇ ਵਿੱਚ ਇਹ ਚੀਜ਼ ਦੇਖੀ ਹੋਊਗੀ। ਕਈ ਵਾਰੀ ਤੁਹਾਨੂੰ ਆਉਂਦਾ ਹੁੰਦਾ ਕਿ ਤੁਸੀਂ 2 ਫੈਕਟਰ ਆਥੈਂਟੀਕੇਸ਼ਨ ਕਰ ਲਓ, ਤੁਹਾਡੇ ਫੋਨ ਦੇ ਉੱਤੇ ਵੀ ਕੋਡ ਆਵੇ ਜਦੋਂ ਤੁਸੀਂ ਲੌਗਇਨ ਕਰ ਰਹੇ ਹੋ, ਤੁਹਾਨੂੰ ਪਾਸਵਰਡ ਵੀ ਭਰਨਾ ਪਵੇ। ਸੋ ਕਹਿੰਦੇ ਤੁਸੀਂ ਇੰਨੀ ਜ਼ਿਆਦਾ ਸਟਰੋਂਗ ਆਥੈਂਟੀਕੇਸ਼ਨ ਰੱਖੋ ਵੀ ਕੋਈ ਲੀਕ ਹੀ ਨਾ ਕਰ ਪਾਵੇ ਤੁਹਾਡੀ ਇਨਫੋਰਮੇਸ਼ਨ। ਦੈਨ ਹੈ ਬਾਇਓਮੈਟ੍ਰਿਕ ਵੈਰੀਫਿਕੇਸ਼ਨ, ਇਹ ਬਹੁਤ ਜ਼ਿਆਦਾ ਸਕਸੈਸਫੁਲ ਹੈ। ਜਿੱਥੇ ਵੀ ਪ੍ਰਾਈਵੇਟ ਡੇਟਾ ਦੀ ਲੋੜ ਹੈ, ਜਿਵੇਂ ਫਿੰਗਰ ਪ੍ਰਿੰਟਿੰਗ ਹੁੰਦੀ ਹੈ, ਤੁਸੀਂ ਦੇਖਿਆ ਹੋਊਗਾ ਆਪਾਂ ਆਪਣਾ ਕਾਰਡ ਵਗੈਰਾ ਕਰਦੇ ਹਾਂ ਜਾਂ ਆਪਣੀ ਫਿੰਗਰ ਟੈਪ ਕਰਕੇ ਜਿਹੜੇ ਆਪਣੇ ਫਿੰਗਰ ਦੇ ਇੰਪ੍ਰੈਸ਼ਨ ਨੇ, ਥੰਬ ਇੰਪ੍ਰੈਸ਼ਨ ਹੈ, ਉਹਦੇ ਜ਼ਰੀਏ ਦੇ ਨਾਲ ਅੱਜ ਕੱਲ੍ਹ ਬਹੁਤ ਸਾਰੇ ਆਰਗੇਨਾਈਜੇਸ਼ਨ ਦੇ ਵਿੱਚ ਅਟੈਂਡੈਂਸ ਵਗੈਰਾ ਲੱਗਦੀ ਹੈ। ਸੋ ਇਹਦੇ ਨਾਲ ਕੀ ਹੈ, ਜਦੋਂ ਤੱਕ ਇਨਸਾਨ ਦਾ ਫਿੰਗਰ ਇੰਪ੍ਰੈਸ਼ਨ ਟੱਚ ਨਹੀਂ ਹੋਊਗਾ, ਕੋਈ ਵੀ ਉਹ ਜਿਹੜਾ ਡਿਵਾਈਸ ਹੈ, ਕੰਪਿਊਟਰ ਹੈ ਜਾਂ ਕੋਈ ਲੈਪਟਾਪ ਹੈ ਜਾਂ ਕੁਝ ਵੀ ਹੈ, ਉਹਨੂੰ ਖੋਲ ਨਹੀਂ ਸਕਦਾ। ਸੋ ਕਹਿੰਦੇ ਏਦਾਂ ਦੀ ਵੈਰੀਫਿਕੇਸ਼ਨ ਵਾਲੇ ਸਿਸਟਮ ਨੂੰ ਲੈ ਕੇ ਆਓ ਜੇ ਤੁਸੀਂ ਡਾਟਾ ਨੂੰ ਪ੍ਰਾਈਵੇਟ ਰੱਖਣਾ ਹੈ। ਦੈਨ ਸਿਕਿਉਰਿਟੀ ਟੋਕਨਸ, ਕੁਝ ਤੁਸੀਂ ਟੋਕਨ ਵਗੈਰਾ ਬਣਾ ਲਓ। ਜਿਵੇਂ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਆਪਣੇ ਲੋਕਰ 'ਚ ਜਾਂਦੇ ਹਾਂ, ਬੈਂਕ ਵਿੱਚ ਜਾਂਦੇ ਹਾਂ, ਇਹਦਾ ਤੁਹਾਨੂੰ ਮੈਂ ਇੱਕ ਫਿਜ਼ੀਕਲ ਐਗਜ਼ਾਮਪਲ ਦੇ ਰਹੀ ਹਾਂ, ਸੇਮ ਤਰੀਕੇ ਦੇ ਨਾਲ ਆਪਾਂ ਕੰਪਿਊਟਰ ਦੇ ਵਿੱਚ ਵੀ ਸਿਕਿਉਰਿਟੀ ਰੱਖ ਸਕਦੇ ਹਾਂ। ਸੋ ਉੱਥੇ ਕੀ ਹੁੰਦਾ ਹੈ, ਇੱਕ ਟੋਕਨ ਜਿਹੜਾ ਮੇਨ ਲੋਕਰ ਦਾ ਹੈਡ ਹੁੰਦਾ, ਜਿਹਦੇ ਕੋਲ ਸਾਰਾ ਉਹਦਾ ਕੰਟਰੋਲ ਹੁੰਦਾ, ਉਹਦੇ ਕੋਲ ਹੁੰਦਾ, ਬੈਂਕ ਕੋਲ ਦੂਜਾ ਟੋਕਨ, ਦੂਜੀ ਚਾਬੀ ਆਪਣੇ ਕੋਲ ਹੁੰਦੀ ਹੈ। ਸੋ ਇਸੇ ਤਰ੍ਹਾਂ ਦੇ ਨਾਲ ਕਹਿੰਦੇ ਤੁਸੀਂ ਕੀ ਕਰਨਾ ਹੈ ਵੀ ਤੁਹਾਡੇ ਕੋਲ ਇੱਕ ਐਕਸਟਰਾ ਟੋਕਨ ਹੋਣਾ ਚਾਹੀਦਾ, ਚਾਹੇ ਉਹ ਡਿਜੀਟਲ ਟੋਕਨ ਹੈ, ਤੁਹਾਡੇ ਕੋਲ ਇੱਕ ਇਹੋ ਜਿਹਾ ਪਾਸ ਕੋਡ, ਇਹੋ ਜਿਹਾ ਨੰਬਰ ਹੋਵੇ ਕਿ ਬਾਏ ਚਾਂਸ ਇੱਕ ਜਾਣੇ ਤੋਂ ਚੀਜ਼ ਕੋਈ ਖੋ ਜਾਵੇ ਤਾਂ ਤੁਸੀਂ ਆਪਣਾ ਡੇਟਾ ਬਚਾਉਣ ਦੇ ਲਈ ਆਪਣਾ ਟੋਕਨ ਯੂਜ਼ ਕਰਕੇ ਉਹਦੀ ਸਿਕਿਉਰਿਟੀ ਨੂੰ ਦੁਬਾਰਾ ਤੋਂ ਲਾਗੂ ਕਰ ਸਕੋ। ਸੋ ਇਹ ਹੈ ਆਪਣਾ ਪਹਿਲਾ ਫੰਡਾਮੈਂਟਲ ਸਾਈਬਰ ਸਿਕਿਉਰਿਟੀ ਦਾ। ਨੈਕਸਟ ਹੈ ਇੰਟੈਗ੍ਰਿਟੀ। ਇੰਟੈਗ੍ਰਿਟੀ ਦਾ ਸਿੰਪਲ ਜਿਹਾ ਮਤਲਬ ਹੈ ਕਿ ਕੋਈ ਵੀ ਤੁਹਾਡੀ ਪਹਿਚਾਣ ਨੂੰ ਨਾ ਬਦਲੇ, ਮਤਲਬ ਕਿ ਕੋਈ ਵੀ ਅਨਆਥੋਰਾਈਜ਼ਡ ਥਰਡ ਪਾਰਟੀ ਹੈ, ਉਹ ਜਿਹੜਾ ਵੀ ਤੁਹਾਡਾ ਡੇਟਾ ਹੈ, ਇਨਫੋਰਮੇਸ਼ਨ ਹੈ, ਉਹਨੂੰ ਮੋਡੀਫਾਈ, ਉਹਨੂੰ ਚੇਂਜ ਨਾ ਕਰ ਸਕੇ, ਉਹਨੂੰ ਬਦਲ ਨਾ ਸਕੇ। ਸੋ ਇਹਦੀ ਗਰੰਟੀ ਦੇ ਲਈ, ਇੰਟੈਗ੍ਰਿਟੀ ਬਣਾ ਕੇ ਰੱਖਣ ਦੇ ਲਈ ਕਿਸੇ ਵੀ ਡਾਟਾ ਦੀ, ਇਨਫੋਰਮੇਸ਼ਨ ਦੀ, ਆਪਾਂ ਕੀ ਕਰ ਸਕਦੇ ਹਾਂ, ਆਪਾਂ ਕ੍ਰਿਪਟੋਗ੍ਰਾਫੀ ਨੂੰ ਜ਼ਿਆਦਾ ਸਟਰੋਂਗ ਕਰ ਸਕਦੇ ਹਾਂ। ਕ੍ਰਿਪਟੋਗ੍ਰਾਫੀ ਕੀ ਹੈ, ਐਨਕ੍ਰਿਪਸ਼ਨ, ਡਿਕ੍ਰਿਪਸ਼ਨ। ਦੈਨ ਆਪਾਂ ਫਾਈਲ ਨੂੰ ਪਰਮਿਸ਼ਨ, ਮਤਲਬ ਕੋਈ ਵੀ ਫਾਈਲ ਓਪਨ ਕਰਨੀ ਹੈ ਪਹਿਲਾਂ ਉਹਦੇ ਉੱਤੇ ਕੋਈ ਪਰਮਿਸ਼ਨ ਚੈੱਕ ਆਵੇ, ਕੋਈ ਲੌਗਇਨ ਆਈਡੀ, ਕੋਈ ਪਾਸਵਰਡ, ਪਾਸਕੋਡ ਲਗਾ ਦਿਓ। ਦੈਨ ਅਨਇੰਟਰਪਟਡ ਪਾਵਰ ਸਪਲਾਈ,
ਉਸ ਤੋਂ ਬਾਅਦ ਡੇਟਾ ਬੈਕਅਪ, ਆਪਣੇ ਡੇਟਾ ਦੀ ਹਮੇਸ਼ਾ ਕਾਪੀਜ਼ ਤਿਆਰ ਰੱਖੋ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੈ। ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਡੇਟਾ ਤੁਹਾਨੂੰ ਅਸਲੀ ਫਾਰਮ ਦੇ ਵਿੱਚ ਐਜ਼ ਇਟ ਇਜ਼ ਮਿਲ ਜਾਵੇ, ਚਾਹੇ ਗੁੰਮ ਹੋ ਜਾਵੇ, ਸੋ ਤੁਸੀਂ ਕੀ ਕਰਨਾ ਹੈ, ਡੇਟਾ ਦਾ ਬੈਕਅਪ ਤਿਆਰ ਕਰਕੇ ਰੱਖਣਾ ਹੈ। ਜਿਵੇਂ ਤੁਸੀਂ ਬਹੁਤ ਵਾਰੀ WhatsApp ਵਗੈਰਾ 'ਚ ਦੇਖਿਆ, ਆਪਾਂ ਨੂੰ ਆਪਸ਼ਨ ਆਉਂਦੀ ਹੁੰਦੀ ਹੈ ਬੈਕਅਪ ਦੀ। ਸੋ ਉਹਦੇ ਨਾਲ ਕੀ ਹੈ ਕਿ ਈਵਨ ਜੇ ਆਪਣਾ WhatsApp ਅਨਇੰਸਟਾਲ ਹੋ ਜਾਵੇ ਜਾਂ ਕੋਈ ਵੀ ਪ੍ਰੋਬਲਮ ਆਵੇ, ਆਪਣੇ ਕੋਲ ਆਪਣੀ ਚੈਟਸ, ਮੀਡੀਆ, ਵੀਡੀਓਜ਼ ਸਭ ਕੁਝ ਦੁਬਾਰਾ ਆਪਾਂ ਰਿਟਰੀਵ ਕਰ ਸਕਦੇ ਹਾਂ ਬੈਕਅਪ ਦੇ ਥਰੂ। ਸੋ ਇਹੀ ਹੈ ਡੇਟਾ ਬੈਕਅਪ। ਸੋ ਨੈਕਸਟ ਇਜ਼ ਅਵੇਲੇਬਿਲਿਟੀ। ਇਹ ਵੀ ਆਲਮੋਸਟ ਸੇਮ ਹੈ। ਜਿਹੜੇ ਦੇ ਗਾਰੰਟੀ ਫੈਕਟਰਸ ਨੇ ਉਹ ਬਿਲਕੁਲ ਪਿਛਲੇ ਵਾਰ ਵਾਲੇ ਸੇਮ ਨੇ ਕਿ ਕੋਈ ਤੁਹਾਡਾ ਡੇਟਾ ਖਰਾਬ ਨਾ ਕਰ ਸਕੇ, ਰਿਡੰਡੈਂਟ ਪੁਰਾਣਾ ਨਾ ਹੋ ਜਾਵੇ, ਤੁਸੀਂ ਬੈਕਅਪ ਕਰਕੇ ਰੱਖੋ। ਸੋ ਕਹਿੰਦੇ ਅਵੇਲੇਬਿਲਿਟੀ ਦਾ ਸਿੰਪਲ ਮਤਲਬ ਹੈ ਕਿ ਤੁਹਾਡਾ ਡੇਟਾ ਕੌਣ ਐਕਸੈਸ ਕਰ ਸਕਦਾ, ਕਿਹਦੇ ਕੋਲ ਅਵੇਲੇਬਲ ਹੋਣਾ ਚਾਹੀਦਾ ਹੈ। ਜਿਹੜੇ ਬੰਦੇ ਲੀਗਲ ਪਾਰਟੀਜ਼ ਨੇ, ਜਿਹੜੀਆਂ ਆਥੋਰਾਈਜ਼ਡ ਪਾਰਟੀ ਨੇ, ਮਤਲਬ ਜਿਨ੍ਹਾਂ ਕੋਲ ਅਸਲੀ ਹੱਕ ਹੈ ਡੇਟਾ ਇਨਫੋਰਮੇਸ਼ਨ ਲੈਣ ਦਾ, ਜਿਹੜੇ ਉਸ ਆਰਗੇਨਾਈਜੇਸ਼ਨ 'ਚ ਕੰਮ ਕਰ ਰਹੇ ਨੇ, ਕੋਈ ਤੁਹਾਡੇ ਕੰਪਨੀ ਦੇ EMPLOYEES ਨੇ, ਸਿਰਫ ਉਹੀ ਲੋਕਾਂ ਦੇ ਕੋਲ ਤੁਸੀਂ ਆਪਣਾ ਡੇਟਾ ਅਵੇਲੇਬਲ ਕਰੋ। ਸੋ ਹੁਣ ਆਪਾਂ ਆਪਣੇ ਇਹ ਪੂਰੇ ਦੇ ਪੂਰੇ ਲੈਕਚਰ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਟੌਪਿਕ ਹੈ ਉਹ ਡਿਸਕਸ ਕਰਨ ਜਾ ਰਹੇ ਹਾਂ, ਦੈਟ ਇਜ਼ ਅਬਾਊਟ ਸਾਈਬਰ ਅਟੈਕ ਟਾਈਪਸ। ਸੋ ਕਿਹੜੀਆਂ ਸਾਈਬਰ ਅਟੈਕ ਦੀਆਂ ਕਿਸਮਾਂ ਨੇ, ਆਪਾਂ ਇਹ ਪੜਾਂਗੇ। ਸੋ ਸਾਈਬਰ ਅਟੈਕ ਕੀ ਹੈ? ਤੁਸੀਂ ਕੋਈ ਕੰਪਿਊਟਰ ਯੂਜ਼ ਕਰ ਰਹੇ ਹੋ, ਕੋਈ ਮੋਬਾਈਲ ਫੋਨ, ਕੋਈ ਵੀ ਡਿਵਾਈਸ ਹੈ ਜਿਹੜਾ ਕਿ ਡਿਜੀਟਲੀ ਯੂਜ਼ ਹੁੰਦਾ ਹੈ। ਸੋ ਉਹ ਜਿਹੜਾ ਡਿਵਾਈਸ ਹੈ ਉਹਨੂੰ ਜੋ ਤੁਸੀਂ ਚਲਾਉਂਦੇ ਹੋ, ਤੁਹਾਡੇ ਦਿਮਾਗ 'ਚ ਇੱਕ ਖਤਰਾ ਬਣਿਆ ਰਹਿੰਦਾ ਹੈ ਵੀ ਮੇਰੀ ਕੋਈ ਡੇਟਾ ਦੀ ਚੋਰੀ ਨਾ ਹੋ ਜਾਵੇ, ਮੇਰਾ ਜਿਹੜਾ ਡਿਵਾਈਸ ਹੈ ਇਹ ਸਹੀ ਤਰੀਕੇ ਨਾਲ ਚੱਲੀ ਜਾਵੇ, ਕੋਈ ਇਨਫੋਰਮੇਸ਼ਨ ਲੀਕ ਨਾ ਹੋ ਜਾਵੇ। ਸੋ ਜਿਹੜਾ ਖਤਰਾ ਹੈ, ਇਸੇ ਖਤਰੇ ਦਾ ਨਾਮ ਹੈ ਸਾਈਬਰ ਅਟੈਕ। ਸੋ ਸਾਈਬਰ ਅਟੈਕ ਕੀ ਹੈ? ਐਕਸਪਲੋਇਟੇਸ਼ਨ ਆਫ ਕੰਪਿਊਟਰ ਸਿਸਟਮ ਐਂਡ ਨੈਟਵਰਕ। ਇਟ ਯੂਜ਼ਸ ਮੈਲੀਸ਼ੀਅਸ ਕੋਡ, ਇਨਫੈਕਟਡ ਬੈਡ ਕੋਡ, ਬੈਡ ਲਿੰਕ ਆਪਣੇ ਕੋਲ ਭੇਜਦੇ ਨੇ, that lead to cyber crime such as information and identity theft। ਸੋ ਜਿਹੜੇ ਸਾਈਬਰ ਕ੍ਰਾਈਮ ਨੇ ਇਹਨਾਂ ਨੂੰ ਆਪਾਂ ਦੋ ਹੈਡਸ ਦੇ ਵਿੱਚ ਪੜਾਂਗੇ। ਸਭ ਤੋਂ ਪਹਿਲਾਂ ਦੇਖਾਂਗੇ ਕਿ ਵੈਬ ਦੇ ਉੱਤੇ ਅਟੈਕ ਕਰਨ ਵਾਲੇ ਕਿਹੜੇ ਹੁੰਦੇ ਨੇ। ਵੈਬ ਦਾ ਮਤਲਬ ਹੈ ਕਿਸੇ ਵੈਬਸਾਈਟ ਜਾਂ ਕਿਸੇ ਵੈਬ ਐਪਲੀਕੇਸ਼ਨ ਉੱਤੇ ਜਿਹੜੇ ਅਟੈਕ ਕਰਦੇ ਨੇ। ਸਿਸਟਮ ਹੈ ਜਿਹੜੇ ਆਪਣੇ ਅੰਦਰਲੇ ਡਿਵਾਈਸ ਦੀਆਂ ਚੀਜ਼ਾਂ ਨੂੰ, ਇਨਫੋਰਮੇਸ਼ਨ ਨੂੰ, ਉਹਨਾਂ ਨੂੰ ਅਟੈਕ ਕਰਦੇ ਨੇ। ਤੁਸੀਂ ਐਗਜ਼ਾਮ ਦੇ ਲਈ ਇਸ ਡਿਫਰੈਂਸ ਨੂੰ ਦਿਮਾਗ ਵਿੱਚ ਰੱਖ ਕੇ ਇਹ ਟੌਪਿਕ ਪੜ੍ਹਨਾ ਹੈ ਕਿ ਕਿਹੜੇ ਵੈਬ ਬੇਸਡ ਅਟੈਕ ਹੈ ਤੇ ਕਿਹੜੇ ਸਿਸਟਮ ਬੇਸਡ ਅਟੈਕ ਹੈ। ਸੋ ਪਹਿਲਾ ਵੈਬ ਬੇਸਡ ਅਟੈਕ ਆਉਂਦਾ ਇੰਜੈਕਸ਼ਨ ਅਟੈਕ। ਇਹਦੇ ਵਿੱਚ ਕੀ ਹੁੰਦਾ, ਵੈਬਸਾਈਟ ਦੇ ਵਿੱਚ ਕੁਝ ਡੇਟਾ ਇੰਜੈਕਟ ਕਰ ਦਿੰਦੇ ਨੇ। ਇੰਜੈਕਸ਼ਨ ਜਿਵੇਂ ਆਪਾਂ ਇੰਜੈਕਸ਼ਨ ਲਗਵਾਉਂਦੇ ਆ, ਟੀਕਾ ਲਗਵਾਉਂਦੇ ਆ, ਉਹਦੇ ਅੰਦਰ ਕੀ ਹੁੰਦਾ, ਕੋਈ ਚੀਜ਼, ਕੋਈ ਦਵਾਈ ਆਪਣੇ ਅੰਦਰ ਪਾਈ ਜਾਂਦੀ ਹੈ। ਸੋ ਇਹ ਵੀ ਸੇਮ ਚੀਜ਼ ਹੈ। ਵੈਬਸਾਈਟ ਨੂੰ ਖਰਾਬ ਕਰਨ ਦੇ ਲਈ ਉਹਦੇ ਅੰਦਰ ਕੋਈ ਬੈਡ ਮੈਲੀਸ਼ੀਅਸ ਜਿਹੜਾ ਡੇਟਾ ਹੈ ਉਹ ਪਾਇਆ ਜਾਂਦਾ ਹੈ, ਜਿਹਦੇ ਨਾਲ ਜਿਹੜੀ ਇਨਫੋਰਮੇਸ਼ਨ ਹੈ ਅੰਦਰਲੀ ਉਹਨੂੰ ਮੈਨੀਪੂਲੇਟ ਕੀਤਾ ਜਾਂਦਾ ਹੈ, ਉਹ ਆਪਣੇ ਕੰਟਰੋਲ 'ਚ ਲਿਆਂਦੀ ਜਾਂਦੀ ਹੈ, ਫਿਰ ਉਹਨੂੰ ਖਰਾਬ ਕਰਕੇ ਉਹਦੇ ਉੱਤੇ ਸਾਈਬਰ ਅਟੈਕ ਹੁੰਦਾ ਹੈ। ਸੋ ਇਹਦੀ ਐਗਜ਼ਾਮਪਲ ਨੇ SQL ਇੰਜੈਕਸ਼ਨ, ਕੋਡ ਇੰਜੈਕਸ਼ਨ, ਲੌਗ ਇੰਜੈਕਸ਼ਨ, XML ਇੰਜੈਕਸ਼ਨ। ਸੋ ਜਿਹੜੀਆਂ ਵੀ ਲੈਂਗੁਏਜਸ ਵਗੈਰਾ ਹੁੰਦੀਆਂ ਨੇ ਵੈਬਸਾਈਟ ਦੀਆਂ, ਉਹਨਾਂ ਉੱਤੇ ਅਟੈਕ ਹੈ। ਸੋ ਇਹ ਤੁਸੀਂ ਐਗਜ਼ਾਮਪਲਸ ਨੂੰ ਬਹੁਤ ਚੰਗੀ ਤਰ੍ਹਾਂ ਯਾਦ ਰੱਖਣਾ ਹੈ। ਨੈਕਸਟ ਇਜ਼ DNS ਸਪੂਫਿੰਗ। DNS ਦਾ ਮਤਲਬ ਹੁੰਦਾ ਹੈ ਡੋਮੇਨ ਨੇਮ ਸਿਸਟਮ। ਸੋ ਬੇਸਿਕਲੀ ਕਹਿੰਦੇ ਜਦੋਂ ਵੀ ਕਿਸੇ ਵੈਬਸਾਈਟ ਦਾ ਜਿਹੜਾ ਇੰਟਰਨੈਟ ਪ੍ਰੋਟੋਕਾਲ ਹੈ, ਉਹਦਾ IP ਐਡਰੈਸ ਹੈ, ਜੋ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ ਅਲੱਗ ਤੋਂ ਇੰਟਰਨੈਟ ਟੌਪਿਕ ਦੇ ਅੰਦਰ। ਸੋ ਕਹਿੰਦੇ ਜੋ ਵੀ IP ਐਡਰੈਸ ਹੈ, ਜਦੋਂ ਉਹਦੇ ਉੱਤੇ ਅਟੈਕ ਹੁੰਦਾ ਹੈ, ਕਿਸੇ ਕੰਪਿਊਟਰ ਵੈਬਸਾਈਟ ਦਾ ਐਡਰੈਸ ਕੀ ਹੈ, ਉੱਥੋਂ ਦੇ ਜਿਹੜੇ ਲੋਕ ਆ ਰਹੇ ਨੇ, ਟ੍ਰੈਫਿਕ ਆ ਰਹੀ ਹੈ, ਉਹਨੂੰ ਡਾਇਵਰਟ ਕਰਨ ਲਈ ਆਪਣੇ ਵੱਲ, ਅਟੈਕਰ ਦੇ ਕੰਪਿਊਟਰ ਵੱਲ, ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ DNS ਸਪੂਫਿੰਗ। ਨੈਕਸਟ ਹੈ ਸੈਸ਼ਨ ਹਾਈਜੈਕਿੰਗ। ਸੋ ਜਦੋਂ ਕਹਿੰਦੇ ਕਿਸੇ ਵੀ ਵੈਬਸਾਈਟ ਨੂੰ ਲੈ ਕੇ ਉਹਦੀ ਜਿਹੜਾ ਕੁਕੀਜ਼ ਨੇ, ਕੁਕੀਜ਼ ਹੁੰਦੀਆਂ ਨੇ ਕੁਝ ਸਪੈਸ਼ਲ ਪਰਮਿਸ਼ਨਸ ਜਿਹੜੇ ਕਿ ਇੱਕ ਪਾਰਟਿਕੂਲਰ ਵੈਬਸਾਈਟ ਨੂੰ ਆਪਾਂ ਲੈ ਕੇ ਦਿੰਨੇ ਆ, ਆਪਾਂ ਅਲਾਉ ਕਰਦੇ ਹਾਂ ਕਿ ਸਾਡਾ ਮਾਈਕਰੋਫੋਨ ਯੂਜ਼ ਕਰ ਲਓ, ਸਾਡਾ ਜਿਹੜਾ ਕੈਮਰਾ ਹੈ, ਵੈਬ ਕੈਮ, ਸਾਡੀ ਜੀਮੇਲ ਇਨਫੋਰਮੇਸ਼ਨ। ਸੋ ਕਹਿੰਦੇ ਜਦੋਂ ਉਹ ਚੀਜ਼ਾਂ ਦੇ ਉੱਤੇ ਕੋਈ ਹੈਕਿੰਗ ਕਰ ਲਵੇ, ਉਸ ਚੀਜ਼ ਨੂੰ ਆਪਾਂ ਕਹਿੰਦੇ ਆ ਸੈਸ਼ਨ ਹਾਈਜੈਕਿੰਗ। ਸੋ ਨੈਕਸਟ ਇਜ਼ ਦੀ ਮੋਸਟ ਇੰਪੋਰਟੈਂਟ, ਤੁਸੀਂ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ, ਰੱਟਾ ਮਾਰ ਲੈਣਾ ਕਿ ਫਿਸ਼ਿੰਗ ਕਿਹੋ ਜਿਹਾ ਸਾਈਬਰ ਅਟੈਕ ਹੈ। ਪਹਿਲੀ ਚੀਜ਼ ਵੈਬ ਬੇਸਡ ਹੈ, ਦੂਜੀ ਚੀਜ਼ ਇਹ ਕਰਦਾ ਕੀ ਹੈ। ਸੋ ਫਿਸ਼ਿੰਗ ਦੇ ਨਾਲ ਕੀ ਹੁੰਦਾ ਕਿ ਜੋ ਵੀ ਸੈਂਸਿਟਿਵ ਇਨਫੋਰਮੇਸ਼ਨ ਹੈ, ਆਪਣੀ ਲੌਗਇਨ ID ਹੈ, ਆਪਣੀ ਈਮੇਲ ਹੈ, ਪਾਸਵਰਡ ਹੈ,
अपना क्रेडिट कार्ड डेबिट कार्ड नंबर है, बैंक डिटेल है, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਦੋਂ ਅਟੈਕ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਫਿਸ਼ਿੰਗ। ਫਿਸ਼ਿੰਗ ਹੈ ਜਿਹੜੀ ਇਹ ਜਿਹੜਾ ਆਪਣਾ ਇਨਫੋਰਮੇਸ਼ਨ ਟੈਕਨੋਲੋਜੀ ਦਾ ਐਕਟ ਹੈ ਆਈਟੀ ਐਕਟ, ਉਹਦੇ ਅੰਦਰ ਇਹਦੇ ਲਈ ਸਪੈਸ਼ਲੀ ਇੱਕ ਪਨਿਸ਼ਮੈਂਟ ਵੀ ਮੈਂਸ਼ਨਡ ਹੈ। ਸੋ ਫਿਸ਼ਿੰਗ ਇੱਕ ਕ੍ਰਾਈਮ ਹੈ, ਇੱਕ ਆਫੈਂਸ ਹੈ। ਦੈਨ ਇਜ਼ ਬਰੂਟ ਫੋਰਸ। ਬਰੂਟ ਫੋਰਸ ਕੀ ਹੈ? ਬੇਸਿਕਲੀ ਇਹਦੇ ਵਿੱਚ ਇੱਕ ਟਰਾਇਲ ਐਂਡ ਐਰਰ ਹੈ। ਜਿਹੜਾ ਅਟੈਕਰ ਹੈ ਉਹ ਕੋਈ ਐਕਸਪਰਟ ਨਹੀਂ ਹੈ, ਉਹ ਤੁੱਕਾ ਮਾਰ ਕੇ ਦੇਖਦਾ ਹੈ, ਉਹ ਗੈਸ ਮਾਰ ਕੇ ਦੇਖਦਾ ਹੈ। ਜਿਵੇਂ ਕਿਸੇ ਦਾ ਪਾਸਵਰਡ ਹੈ, ਉਹਦੇ ਪਹਿਲੇ 2 ਅੱਖਰ ਪਤਾ ਲੱਗ ਗਏ, ਸੋ ਲਾਸਟ 2 ਅੱਖਰਾਂ ਦੇ ਲਈ ਕੋਈ ਏਟੀਐਮ ਕਾਰਡ ਵਗੈਰਾ ਕਿਸੇ ਨੇ ਚੋਰੀ ਕਰ ਲਿਆ, ਉਹਨੂੰ ਪਹਿਲੇ 2 ਪਿਨ ਨੰਬਰ ਪਤਾ ਸੀ, ਲਾਸਟ 2 ਨਹੀਂ ਪਤਾ ਸੀ, ਸੋ ਉਹਦੇ ਉੱਤੇ ਵੈਸੇ ਹੀ ਤੁੱਕਾ ਮਾਰ ਕੇ ਦੇਖੂ। ਸੋ ਇਸ ਚੀਜ਼ ਨੂੰ ਆਪਾਂ ਕਹਿੰਦੇ ਆ, ਇਸ ਤਰ੍ਹਾਂ ਦੇ ਅਟੈਕ ਨੂੰ ਆਪਾਂ ਕਹਿੰਦੇ ਆ ਬਰੂਟ ਫੋਰਸ। ਜਦੋਂ ਬੰਦਾ ਵੈਸੇ ਹੀ ਟਰਾਇਲ ਐਂਡ ਐਰਰ ਗੈਸ ਵਰਕ ਕਰਨ ਦੀ ਕੋਸ਼ਿਸ਼ ਕਰੇ in order to attack the user's information। ਨੈਕਸਟ ਹੈ ਡਿਨਾਇਲ ਆਫ ਸਰਵਿਸ। ਬੇਸਿਕਲੀ ਜਿਹੜਾ ਇਹ ਅਟੈਕ ਹੈ ਇਹ ਕੀ ਕਰਦਾ, ਜੋ ਵੀ ਯੂਜ਼ਰਸ ਨੇ ਉਹਨਾਂ ਨੂੰ ਮਨਾ ਕਰ ਦਿੰਦਾ ਕਿ ਤੁਸੀਂ ਹੁਣ ਕੋਈ ਵੀ ਪਾਰਟਿਕੂਲਰ ਵੈਬਸਾਈਟ ਹੈ ਉਹਨੂੰ ਯੂਜ਼ ਨਹੀਂ ਕਰ ਸਕਦੇ, ਕਿਸੇ ਰਿਸੋਰਸ ਨੂੰ ਖਰਾਬ ਕਰਕੇ, ਨੈਟਵਰਕ ਨੂੰ ਖਰਾਬ ਕਰਕੇ ਉਹਨੂੰ ਅਨਅਵੇਲੇਬਲ ਕਰ ਦਿੰਦਾ ਯੂਜ਼ਰਸ ਦੇ ਲਈ, ਯੂਜ਼ਰਸ ਦੀ ਪਹੁੰਚ ਤੋਂ ਉਹਨੂੰ ਦੂਰ ਕਰ ਦਿੰਦਾ। ਸੋ ਬੇਸਿਕਲੀ ਇਹ ਕਿਸੇ ਵੀ ਇੱਕ ਸਿੰਗਲ ਸਿਸਟਮ ਦੇ ਉੱਤੇ ਅਟੈਕ ਕਰਕੇ ਉਸ ਸਿਸਟਮ ਨੂੰ ਖਰਾਬ ਕਰਦਾ ਸੋ ਦੈਟ ਜੋ ਯੂਜ਼ਰ ਹੈ ਉਹ ਡਿਨਾਈ ਹੋ ਜਾਵੇ, ਉਹਨੂੰ ਮਨਾ ਹੋ ਜਾਵੇ। ਡਿਨਾਇਲ ਦਾ ਮਤਲਬ ਹੁੰਦਾ ਕਿਸੇ ਨੂੰ ਰੋਕਣਾ, ਮਨਾ ਕਰਨਾ। ਸੋ ਇਹਦੇ ਅੰਦਰ 3 ਤਰ੍ਹਾਂ ਦੇ ਸਬ ਕੈਟਾਗਰੀਜ਼ ਦੇ ਅਟੈਕ ਨੇ। ਪਹਿਲਾ ਹੈ ਵੋਲਿਊਮ ਬੇਸਡ, ਜਦੋਂ ਕਿਸੇ ਦੇ ਇੰਟਰਨੈਟ ਵਾਈਫਾਈ ਦੀ ਜਿਹੜੀ ਬੈਂਡਵਿਡਥ ਹੈ ਉਹਦੇ ਉੱਤੇ ਬੇਸਿਕਲੀ ਅਟੈਕ ਕੀਤਾ ਜਾਵੇ। ਨੈਕਸਟ ਹੈ ਪ੍ਰੋਟੋਕਾਲ, ਜਦੋਂ ਕਿਸੇ ਦੇ ਆਈਪੀ ਐਡਰੈਸ ਦੇ ਉੱਤੇ ਅਟੈਕ ਕੀਤਾ ਜਾਵੇ ਸਰਵਰ ਦੇ। ਲਾਸਟ ਹੈ ਐਪਲੀਕੇਸ਼ਨ ਲੇਅਰ ਅਟੈਕ। ਇਹਦੇ ਵਿੱਚ ਕੀ ਹੁੰਦਾ, ਪੂਰੀ ਦੀ ਪੂਰੀ ਵੈਬ ਸਰਵਰ ਨੂੰ ਜੋ ਐਪਲੀਕੇਸ਼ਨ ਯੂਜ਼ ਕਰ ਰਿਹਾ ਉਹਨੂੰ ਕ੍ਰੈਸ਼ ਕਰ ਦਿੰਦੇ ਨੇ, ਉਹਨੂੰ ਖਰਾਬ ਕਰ ਦਿੰਦੇ ਨੇ। ਨੈਕਸਟ ਇੰਪੋਰਟੈਂਟ ਅਟੈਕ ਹੈ ਡਿਕਸ਼ਨਰੀ। ਬੇਸਿਕਲੀ ਇਹਦੇ ਵਿੱਚ ਕੀ ਹੁੰਦਾ ਕਿ ਬਹੁਤ ਸਾਰੇ ਇੱਕ ਅਲੱਗ ਤੋਂ ਗਲਤ ਤਰ੍ਹਾਂ ਦੇ ਜਿਹੜੇ ਵਰਡਸ ਨੇ ਉਹ ਪਾਸਵਰਡ ਦੇ ਤੌਰ ਤੇ ਯੂਜ਼ ਕਰਕੇ ਇੱਕ ਅਟੈਕਰ ਆਪਣੇ ਕੋਲ ਰੱਖ ਲੈਂਦਾ। ਸੋ ਉਹ ਕੀ ਕਰਦਾ, ਜਸਟ ਗੈਸ ਵਰਕ ਦੀ ਤਰ੍ਹਾਂ ਵਾਲੀ ਇਹ ਸੇਮ ਅਟੈਕ ਹੈ ਕਿ ਉਹ ਵਰਡਸ ਜਿਹੜੇ ਪਾਸਵਰਡਸ ਨੇ, ਸਪੈਸ਼ਲੀ ਆਪਾਂ ਨੇ ਇਹ ਯਾਦ ਰੱਖਣਾ ਕਿ ਇਹ ਓਰੀਜਨਲ ਪਾਸਵਰਡ ਲੈਣ ਦੇ ਲਈ ਜਿਹੜੇ ਕਾਪੀਡ ਫੇਕ ਪਾਸਵਰਡਸ ਦੀ ਇੱਕ ਲਿਸਟ ਤਿਆਰ ਕੀਤੀ ਹੁੰਦੀ ਹੈ ਕਿ ਆਪਾਂ ਲਗਾ ਕੇ ਦੇਖ ਲਾਂਗੇ ਕਿ ਸ਼ਾਇਦ ਇਹ ਚੱਲ ਜਾਵੇ, ਸ਼ਾਇਦ ਆਪਾਂ ਇਹ ਲਗਾ ਕੇ ਅਗਲੇ ਦੀ ਸਾਰੀ ਇਨਫੋਰਮੇਸ਼ਨ ਚੋਰੀ ਕਰ ਲਈਏ। ਸੋ ਜਿੱਥੇ ਪਾਸਵਰਡਸ ਦੀ ਇੱਕ ਲਿਸਟ ਬਣਾ ਲਵੇ ਅਟੈਕਰ, ਉਹਨੂੰ ਕਹਿੰਦੇ ਆ ਡਿਕਸ਼ਨਰੀ ਅਟੈਕ। ਨੈਕਸਟ ਹੈ ਆਪਣਾ URL ਇੰਟਰਪ੍ਰੀਟੇਸ਼ਨ, ਜਿਹੜਾ ਆਪਣਾ ਅਲੱਗ ਤੋਂ ਇੱਕ ਯੂਨੀਕ ਰਿਸੋਰਸ ਨੂੰ ਲੱਭਣ ਦੇ ਲਈ, ਲੋਕੇਟ ਕਰਨ ਦੇ ਲਈ ਹਰ ਵੈਬਸਾਈਟ ਦਾ ਆਪਣਾ ਇੱਕ ਐਡਰੈਸ ਹੁੰਦਾ ਹੈ, URL ਕਹਿੰਦੇ ਜਿਹਨੂੰ ਆਪਾਂ, ਬੇਸਿਕਲੀ ਉਹਨੂੰ ਬਦਲ ਦਿੱਤਾ ਜਾਂਦਾ ਇਸ ਅਟੈਕ ਦੀ ਹੈਲਪ ਦੇ ਨਾਲ। ਦੈਨ ਹੈ ਫਾਈਲ ਇਨਕਲੂਜਨ। ਇਹਦੇ 'ਚ ਕੀ ਕਰਦਾ ਅਟੈਕਰ, ਆਪਣੀਆਂ ਕਰਪਟ ਫਾਈਲ ਹੁੰਦੀਆਂ ਨੇ ਜਿਹੜੀਆਂ ਖਰਾਬ ਫਾਈਲਸ ਨੇ ਉਹਨਾਂ ਨੂੰ ਅਸਲੀ ਸਹੀ ਫਾਈਲਸ ਦੇ ਵਿੱਚ ਮਿਕਸਅਪ ਕਰ ਦਿੰਦਾ ਸੋ ਦੈਟ ਜਦੋਂ ਵੀ ਕੋਈ ਐਕਸੈਸ ਕਰੇ ਕੰਪਿਊਟਰ ਨੂੰ, ਡਿਵਾਈਸ ਨੂੰ, ਉਹ ਆਪਣੀਆਂ ਅਸਲੀ ਫਾਈਲਸ ਦੇ ਵਿੱਚੋਂ ਗਲਤੀ ਦੇ ਨਾਲ ਜਿਹੜੀ ਕਰਪਟ ਫਾਈਲ ਹੈ ਜਿਹਦੇ ਅੰਦਰ ਵਾਇਰਸ ਹੈ, ਅਟੈਕ ਹੈ, ਉਹਨੂੰ ਖੋਲ ਸਕੇ। ਦੈਨ ਆਂਦਾ ਮੈਨ ਇਨ ਦ ਮਿਡਲ ਅਟੈਕ। ਇਹਦੇ ਵਿੱਚ ਕੀ ਹੈ, ਜਿਹੜਾ ਕਲਾਇੰਟ ਹੈ ਤੇ ਸਰਵਰ ਹੈ ਉਹਦੇ ਵਿੱਚ ਇੱਕ ਬੰਦਾ ਥਰਡ ਪਾਰਟੀ, ਅਨਆਥੋਰਾਈਜ਼ਡ ਪਾਰਟੀ ਅਟੈਕਰ ਬੈਠ ਜਾਂਦਾ। ਜਿਹੜੀ ਚੀਜ਼ ਆਪਾਂ ਨੇ ਗੱਲ ਕੀਤੀ ਸੀ ਇਨਕ੍ਰਿਪਸ਼ਨ ਦੇ ਅੰਦਰ ਕਿ ਥਰਡ ਪਾਰਟੀ ਤੋਂ ਆਪਾਂ ਨੇ ਬਚਾਉਣਾ ਆਪਣਾ ਡੇਟਾ, ਆਪਣੀ ਕਿਸੇ ਕੋਲ ਇਨਫੋਰਮੇਸ਼ਨ ਨਾ ਜਾਵੇ, ਪ੍ਰਾਈਵੇਸੀ ਰਹੇ, ਇਹ ਚੀਜ਼ਾਂ ਨੂੰ ਖਰਾਬ ਕੌਣ ਕਰਦਾ ਹੈ, ਮੈਨ ਇਨ ਦ ਮਿਡਲ। ਸੋ ਆਪਾਂ ਨੇ ਹੁਣ ਵੈਬ ਬੇਸਡ ਅਟੈਕ ਨੇ ਜਿਹੜੇ ਉਹ ਪੜ੍ਹ ਲਏ ਨੇ। ਨਾਓ ਕਮ ਸਿਸਟਮ ਬੇਸਡ ਅਟੈਕ। ਸੋ ਇਹਦੇ ਚ ਪਹਿਲਾ ਇੰਪੋਰਟੈਂਟ ਆਉਂਦਾ ਵਾਇਰਸ। ਵਾਇਰਸ ਤੁਸੀਂ ਬਹੁਤ ਵਾਰੀ ਸੁਣਿਆ, ਤੁਸੀਂ ਈਵਨ ਇਹਨੂੰ ਹੈਂਡਲ ਵੀ ਕੀਤਾ ਹੋਊਗਾ ਐਂਟੀਵਾਇਰਸ ਭਰ ਕੇ। ਐਂਟੀਵਾਇਰਸ ਬਾਰੇ ਆਪਾਂ ਅੱਗੇ ਪੜਾਂਗੇ। ਸੋ ਜਿਹੜਾ ਵਾਇਰਸ ਹੈ ਇੱਕ ਇਹੋ ਜਿਹੀ ਕਰਪਟ ਸੌਫਟਵੇਅਰ ਹੈ, ਇਹੋ ਜਿਹਾ ਮੈਲੀਸ਼ੀਅਸ ਬੈਡ ਪ੍ਰੋਗਰਾਮ ਹੈ ਜਿਹੜਾ ਆਪਣੇ ਪੂਰੇ ਕੰਪਿਊਟਰ ਦੇ ਵਿੱਚ ਅਲੱਗ-ਅਲੱਗ ਕਾਪੀਜ਼ ਬਣਾ ਕੇ ਆਪਣੀਆਂ ਖਰਾਬ ਫਾਈਲਸ ਦੀਆਂ ਫੈਲ ਜਾਂਦਾ। ਸੋ ਆਪਣੇ ਆਪ ਨੂੰ ਇਹ ਰੈਪਲੀਕੇਟ ਕਰਦਾ, ਕਾਪੀਆਂ ਬਣਾ ਕੇ ਇੱਕ ਪ੍ਰੋਗਰਾਮ ਦੇ ਅੰਦਰ ਦਾਖਲ ਹੁੰਦਾ। So it is a self-replicating malicious computer program that replicates by inserting copies of itself into other computer program. Then a worm. Worm भी almost computer virus ਦੀ ਤਰ੍ਹਾਂ ਹੀ ਕੰਮ ਕਰਦਾ, but ਇੱਕ ਇੰਪੋਰਟੈਂਟ ਚੀਜ਼, ਜਿਹੜਾ ਵਾਇਰਸ ਹੈ ਉਹ ਕਿਤੋਂ ਵੀ ਆ ਸਕਦਾ ਹੈ, ਜਿਵੇਂ ਆਪਾਂ ਪੈਨ ਡਰਾਈਵ ਕਿਸ ਦੀ ਅਟੈਚ ਕਰਦੇ ਹਾਂ ਜਾਂ ਹੋਰ ਕਿਸੇ ਵੀ ਚੀਜ਼ ਤੋਂ, ਕਿਸੇ ਵੀ ਤਰ੍ਹਾਂ ਦੀ ਟਰਾਂਸਮਿਸ਼ਨ ਤੋਂ।
ਬਟ ਵਾਰਮ ਮੋਸਟਲੀ ਜਿਹੜੀਆਂ ਈਮੇਲਸ ਹੁੰਦੀਆਂ ਨੇ, ਕਰਪਟ ਈਮੇਲਸ, ਉਹਨਾਂ ਦੇ ਨਾਲ ਅਟੈਚ ਹੋ ਕੇ ਆਉਂਦਾ, ਉੱਥੋਂ ਆਪਣੇ ਕੰਪਿਊਟਰ, ਆਪਣੇ ਡਿਵਾਈਸ ਦੇ ਅੰਦਰ ਦਾਖਲ ਹੁੰਦਾ ਹੈ। ਦੈਨ ਇਜ਼ ਟਰੋਜਨ ਹਾਊਸ। ਇਹ ਇਹੋ ਜਿਹਾ ਇੱਕ ਇੰਪੋਰਟੈਂਟ ਮਾਲਵੇਅਰ ਹੈ ਜਿਹਦੇ ਬਾਰੇ ਬਹੁਤ ਵਾਰੀ ਐਗਜ਼ਾਮਸ ਦੇ ਵਿੱਚ ਕੁਐਸਚਨਸ ਆਏ ਨੇ। ਸੋ ਬੇਸਿਕਲੀ ਇਹ ਕੀ ਕਰਦਾ, ਜਿਹੜੀ ਇੱਕ ਕਿਸੇ ਵੀ ਯੂਜ਼ਰ ਦੀ ਸਹੀ ਇੰਟੈਂਸ਼ਨ ਹੈ, ਸਹੀ ਫਾਈਲਸ ਨੇ, ਉਹਨਾਂ ਨੂੰ ਮਿਸਲੀਡ ਕਰਦਾ, ਮਿਸਗਾਈਡ ਕਰਦਾ। ਇਹ ਕੀ ਕਰਦਾ ਕਿ ਕੰਪਿਊਟਰ ਦੇ ਪਿੱਛੇ, ਉਹਦੇ ਬੈਕਗਰਾਉਂਡ ਤੋਂ, ਤੁਸੀਂ ਇਹ ਸਮਝ ਲਓ ਕਿ ਇਹ ਇੱਕ ਡਿਵਾਈਸ ਹੈ, ਇਹਦਾ ਪਿਛਲਾ ਗੇਟ ਹੈ, ਇਹ ਪਿੱਛੋਂ ਦੀ ਆ ਕੇ ਐਂਟਰ ਹੁੰਦਾ ਇੱਕ ਡਿਵਾਈਸ ਦੇ ਵਿੱਚ। ਸੋ ਇਹ ਅਪੀਅਰ ਟੂ ਬੀ ਨਾਰਮਲ ਐਪਲੀਕੇਸ਼ਨ, ਆਪਾਂ ਨੂੰ ਲੱਗਦਾ ਹੈ ਕਿ ਇਹਦੇ ਅੰਦਰ ਕੋਈ ਵਾਇਰਸ ਨਹੀਂ ਹੈ, ਪਰ ਆਪਾਂ ਨੂੰ ਇਹ ਨਹੀਂ ਪਤਾ ਕਿ ਉਸ ਐਪਲੀਕੇਸ਼ਨ ਦੇ ਪਿਛਲੇ ਗੇਟ ਤੋਂ ਉਹਦੇ ਅੰਦਰ ਟਰੋਜਨ ਹਾਊਸ ਐਂਟਰ ਹੋਇਆ। ਸੋ ਇਹ ਆਪਣੇ ਕੰਪਿਊਟਰ ਦੇ ਅੰਦਰ ਬਹੁਤ ਜ਼ਿਆਦਾ ਅਨਐਕਸਪੈਕਟਡ ਚੇਂਜਸ ਲਿਆਉਂਦਾ ਹੈ। ਕੰਪਿਊਟਰ ਕੁਝ ਵੀ ਕਰਦਾ ਰਹਿੰਦਾ, ਬਹੁਤ ਜ਼ਿਆਦਾ ਅਨਯੂਜੂਅਲ ਐਕਟੀਵਿਟੀਜ਼ ਹੁੰਦੀਆਂ ਰਹਿੰਦੀਆਂ ਨੇ। ਸੋ ਉਸ ਤੋਂ ਬਾਅਦ ਆਉਂਦਾ ਬੈਕਡੋਰ। ਇਹ ਵੀ ਆਲਮੋਸਟ ਟਰੋਜਨ ਹਾਊਸ ਦੀ ਤਰ੍ਹਾਂ ਹੀ ਹੈ। ਸੋ ਇਹਦੇ ਵਿੱਚ ਕੀ ਹੈ, ਉਹਦੇ ਵਿੱਚ ਤਾਂ ਸੀ ਕਿ ਕਿਸੇ ਸਿਸਟਮ, ਕਿਸੇ ਐਪਲੀਕੇਸ਼ਨ ਦੇ ਅੰਦਰ ਦੀ, ਉਹਦੇ ਪਿੱਛੋਂ ਦੀ ਉਹ ਆਉਂਦਾ, ਆਪਾਂ ਨੂੰ ਸਾਹਮਣੇ ਦੇਖਣ ਨੂੰ ਪਤਾ ਨਹੀਂ ਲੱਗਦਾ ਕਿ ਇਹ ਜਿਹੜੀ ਫਾਈਲ ਹੈ ਇਹਦੇ ਅੰਦਰ ਟਰੋਜਨ ਹਾਊਸ ਮਾਲਵੇਅਰ ਹੈ। ਸੋ ਇਹਦਾ ਕੀ ਮਤਲਬ ਹੈ ਕਿ ਜਿਹੜਾ ਡਿਵੈਲਪਰ ਹੈ, may create a backdoor so that an application or operating system can be assessed for troubleshooting। backdoor ਦਾ ਮਤਲਬ ਹੈ ਜਿਹੜਾ ਇਹਦਾ ਅਟੈਕਰ ਹੈ, ਜਿਹੜਾ ਇਹ ਮਾਲਵੇਅਰ ਇਨਸਰਟ ਕਰਦਾ ਆਪਣੇ ਡਿਵਾਈਸ 'ਚ, ਉਹ ਐਵੇਂ ਦੀ ਕੋਸ਼ਿਸ਼ ਕਰਦਾ ਵੀ ਉਹਦੇ ਕੋਲ ਸਾਰੀ ਦੀ ਸਾਰੀ ਇਨਫੋਰਮੇਸ਼ਨ ਨਾਲ ਦੀ ਨਾਲ ਆਪਣੇ ਕੰਪਿਊਟਰ ਤੋਂ ਪਹੁੰਚੀ ਜਾਵੇ। ਸੋ ਉਹ ਐਕਸੈਸ ਕਰਨ ਦੀ ਕੋਸ਼ਿਸ਼ ਕਰਦਾ ਪਿਛਲੇ ਦਰਵਾਜ਼ੇ 'ਚੋਂ। ਇਹ ਤਾਂ ਸੀ ਆਪਣੇ ਕੰਪਿਊਟਰ ਦੇ ਅੰਦਰ ਆ ਕੇ ਬੈਠ ਗਿਆ, ਇਹ ਅੰਦਰ ਆ ਕੇ ਨਹੀਂ ਬੈਠਾ, ਇਹ ਚਾਹੁੰਦਾ ਵੀ ਸਾਰੀ ਦੀ ਸਾਰੀ ਆਥੈਂਟੀਕੇਸ਼ਨ, ਜੋ ਵੀ ਚੀਜ਼ਾਂ ਨੇ, ਉਹਨਾਂ ਦੀ ਨੌਲੇਜ, ਜਾਣਕਾਰੀ ਮੈਨੂੰ ਆਪਣੀ ਜਗ੍ਹਾ ਤੇ ਬੈਠੇ ਨੂੰ ਮਿਲਦੀ ਰਹੇ। ਸੋ ਉਸ ਤੋਂ ਬਾਅਦ ਹੈ ਬੋਟਸ। ਬੋਟਸ ਰੋਬੋਟ ਦੀ ਹੀ ਸ਼ਾਰਟ ਫਾਰਮ ਹੈ। ਸੋ ਇਹਦੇ ਨਾਲ ਕੀ ਹੁੰਦਾ, ਕਈ ਵਾਰੀ ਕੰਪਿਊਟਰ ਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਵੈਬਸਾਈਟ ਤੇ। ਤੁਸੀਂ ਦੇਖਿਆ ਹੋਊਗਾ ਜਿਹੜੀਆਂ ਥੋੜ੍ਹੀਆਂ ਵੀਕ, ਥੋੜ੍ਹੀਆਂ ਘਟੀਆ ਲੈਵਲ ਦੀਆਂ ਵੈਬਸਾਈਟ ਹੁੰਦੀਆਂ ਨੇ, ਜ਼ਿਆਦਾ ਚੰਗੀ ਤਰ੍ਹਾਂ ਇਨਕ੍ਰਿਪਟਡ ਨਹੀਂ ਹੁੰਦੀਆਂ, ਤੁਸੀਂ ਉਹਨਾਂ ਨੂੰ ਜਦੋਂ ਹੀ ਓਪਨ ਕਰਦੇ ਹੋ ਤਾਂ ਉਹਨਾਂ ਦੇ ਸਾਈਡ ਤੇ ਨੀਚੇ ਜਾਂ ਉੱਪਰ ਤੁਹਾਨੂੰ ਕੁਝ ਮੈਸੇਜ ਦਿਖਦੇ ਰਹਿੰਦੇ ਨੇ, ਚੈਟ ਦਿਖਦੀ ਰਹਿੰਦੀ ਹੈ। ਸੋ ਜਿਹੜੇ ਚੈਟ ਰੂਮ ਬੋਟਸ ਨੇ ਜਾਂ ਕੋਈ ਹੋਰ ਮੈਲੀਸ਼ੀਅਸ ਬੋਟਸ ਨੇ, ਇਹ ਇਸ ਕੈਟੇਗਰੀ ਦੇ ਵਿੱਚ ਆਉਂਦੇ ਨੇ। ਇਹ ਇੱਕ ਤਰ੍ਹਾਂ ਦੇ ਨਾਲ ਆਪਣੇ ਨਾਲ ਇੰਟਰੈਕਟ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਤੁਸੀਂ ਕਦੇ ਵੀ ਉਸ ਤਰ੍ਹਾਂ ਦੇ ਜਿਹੜੇ ਮੈਸੇਜ ਪੌਪ ਆਊਟ ਹੁੰਦੇ ਨੇ ਉਹਨਾਂ ਦਾ ਜਵਾਬ ਨਹੀਂ ਦੇਣਾ, ਉਹ ਹਮੇਸ਼ਾ ਕਰਪਟਡ ਫਾਈਲਸ ਹੁੰਦੀਆਂ ਨੇ। ਤੁਸੀਂ ਜਦੋਂ ਹੀ ਉਹਦੇ ਵਿੱਚ ਕੋਈ ਜਵਾਬ ਦਿੱਤਾ, ਕੋਈ ਆਪਣੀ ਇਨਫੋਰਮੇਸ਼ਨ ਸ਼ੇਅਰ ਕੀਤੀ, ਤੁਹਾਡੀ ਸਾਰੀ ਦੀ ਸਾਰੀ ਚੀਜ਼ ਨੂੰ ਉਹ ਰੋਬੋਟ ਬੈਠਾ ਜਿਹੜਾ, ਉਹ ਹੈਕ ਕਰ ਲੂਗਾ। ਸੋ ਇਹੀ ਮੇਨ ਤਰੀਕੇ ਨੇ ਜਿਹਦੇ ਨਾਲ ਸਾਈਬਰ ਅਟੈਕਸ ਹੁੰਦੇ ਨੇ। Now let's quickly discuss major cyber security attacks in history। So ਮੈਂ ਤੁਹਾਨੂੰ ਇਸ ਲਈ ਕਰਵਾ ਰਹੀ ਹਾਂ ਕਿਉਂਕਿ ਕਾਫੀ ਵਾਰੀ ਆਪਾਂ ਕੀ ਕਰਦੇ ਹਾਂ, ਸਾਈਬਰ ਸਿਕਿਉਰਿਟੀ ਦਾ ਟੌਪਿਕ, ਉਹਦੀ ਬੇਸਿਕ ਥਿਊਰੀ ਤੇ ਨਾਲ ਅਟੈਕਸ ਪੜ੍ਹ ਕੇ ਚਲੇ ਜਾਂਦੇ ਆ ਕਿ ਵਾਇਰਸ ਕੀ ਹੈ, ਐਡਵੇਅਰ ਕੀ ਹੈ। ਬਟ ਐਗਜ਼ਾਮ ਦੇ ਵਿੱਚ ਫਿਰ ਤੁਸੀਂ ਦੇਖਦੇ ਹੋ ਕਿ ਅਸੀਂ ਤਾਂ ਇੱਕ ਕੁਐਸਚਨ ਪੜ੍ਹਿਆ ਹੀ ਨਹੀਂ, ਤੁਸੀਂ ਕਹਿੰਦੇ ਹੋ ਕਿ ਪੇਪਰ ਆਊਟ ਆਫ ਦੀ ਸਿਲੇਬਸ ਆ ਗਿਆ। ਸੋ ਕੁਝ ਵੀ ਆਊਟ ਆਫ ਦੀ ਸਿਲੇਬਸ ਨਹੀਂ ਹੁੰਦਾ, ਕਿਉਂਕਿ ਕਿਸੇ ਵੀ ਟੌਪਿਕ ਦੀ ਕੋਈ ਲਿਮਿਟ ਨਹੀਂ ਹੈ ਤਿਆਰੀ ਕਰਨ ਦੀ। ਸੋ ਟਰਾਈ ਕਰੋ ਕਿ ਜਿੰਨਾ ਮੈਕਸਿਮਮ ਤੁਸੀਂ ਵਾਈਡ ਕਰਕੇ ਆਪਣੀ ਪੜ੍ਹਾਈ ਨੂੰ ਚੱਲੋਗੇ, ਉਹਨਾਂ ਤੁਹਾਡੇ ਲਈ ਚੀਜ਼ਾਂ ਐਗਜ਼ਾਮ 'ਚ ਆਸਾਨ ਹੋਣਗੀਆਂ, ਕਿਉਂਕਿ ਜ਼ਿਆਦਾ ਪੜ੍ਹਨ ਦਾ ਕਦੇ ਵੀ ਨੁਕਸਾਨ ਨਹੀਂ ਹੋਇਆ। ਤੇ ਇਹਦੇ ਚੋਂ ਇੱਕ ਦੋ ਕੁਐਸਚਨ ਮੈਂ ਆਲਰੇਡੀ ਐਗਜ਼ਾਮ ਦੇ ਵਿੱਚ ਦੇਖ ਚੁੱਕੀ ਹਾਂ। ਸੋ ਸਭ ਤੋਂ ਪਹਿਲਾ ਜਿਹੜਾ ਮੇਜਰ ਅਟੈਕ ਹੋਇਆ ਸੀ, ਉਹ ਹੋਇਆ ਸੀ 1999 'ਚ ਨਾਸਾ ਤੇ ਜਿਹੜਾ ਅਮਰੀਕਾ ਦਾ ਡਿਫੈਂਸ ਡਿਪਾਰਟਮੈਂਟ ਹੈ ਉਹਦੇ ਉੱਤੇ। ਸੋ ਇੱਕ 15 ਸਾਲ ਦਾ ਹੈਕਰ ਸੀ ਜੋਨਾਥਨ ਜੇਮਸ, ਜਿਨੇ 21 ਦਿਨਾਂ ਦੇ ਲਈ ਨਾਸਾ ਦੇ ਸਾਰੇ ਕੰਪਿਊਟਰ ਬੰਦ ਕਰਤੇ ਸੀ। ਸੋ ਨਾਸਾ ਆਪਾਂ ਨੂੰ ਪਤਾ ਹੈ ਕਿ ਸਪੇਸ ਦੇ ਨਾਲ ਰਿਲੇਟਡ ਕੰਮ ਹੈ, ਸਪੇਸ ਸ਼ਟਲਸ ਭੇਜਦੇ ਆ, ਰਾਕਟਸ ਲਾਂਚ ਕਰਦੇ ਆ, ਐਸਟਰੋਨੌਟਸ ਨੂੰ ਭੇਜਦੇ ਆ। ਸੋ ਨਾਸਾ ਦੀ ਸਾਰੀ ਇਨਫੋਰਮੇਸ਼ਨ ਉੱਤੇ ਖਤਰਾ ਆ ਗਿਆ ਸੀ, ਮੇਜਰ ਪ੍ਰੋਜੈਕਟਸ ਰੁਕ ਗਏ ਤੇ ਟੋਟਲ ਇਸ ਹੈਕਿੰਗ ਤੋਂ ਬਾਅਦ, ਇਸ ਸਾਈਬਰ ਅਟੈਕ ਤੋਂ ਬਾਅਦ ਜਿਹੜਾ ਨੁਕਸਾਨ ਹੋਇਆ ਸੀ ਨਾਸਾ ਨੂੰ, ਉਹ ਹੋਇਆ ਸੀ $1.7 ਮਿਲੀਅਨ ਦਾ। that was a huge amount। ਸੋ ਹੁਣ ਆਪਾਂ ਨੇ ਜੇ ਐਵੇਂ ਦਾ ਅਟੈਕ ਹੋਵੇ ਉਹਦੇ ਤੋਂ ਬਚਣਾ ਕਿਵੇਂ ਹੈ, ਐਡਵਾਈਸ ਕੀ ਹੈ ਕਿ ਤੁਸੀਂ ਇੰਨੇ ਜ਼ਿਆਦਾ ਆਪਣੀ ਕੋਡ ਸਟਰੋਂਗ ਕਰੋ ਤੇ ਉਹਨਾਂ ਨੂੰ ਬਾਰ-ਬਾਰ ਬਦਲਦੇ ਰਹੋ।
ਤੁਸੀਂ ਬਹੁਤ ਵਾਰੀ ਸੁਣਿਆ ਹੋ ਜਿਵੇਂ ਆਪਾਂ ਏਟੀਐਮ ਵਗੈਰਾ ਚੋਂ ਪੈਸੇ ਕਢਵਾਉਂਦੇ ਆ, ਆਪਣੇ ਕੋਲ ਡੈਬਿਟ ਜਾਂ ਕ੍ਰੈਡਿਟ ਕਾਰਡਸ ਹੁੰਦੇ ਨੇ, ਜਾਂ ਫਿਰ ਜਦੋਂ ਵੀ ਆਪਾਂ ਇਹ ਦੇਖਦੇ ਆ ਕਿ ਫੋਨ ਆਪਾਂ ਕਿਤੇ ਹੋਸਟਲ 'ਚ ਰਹਿ ਰਹੇ ਹਾਂ, ਕਿਤੇ ਕੰਪਨੀ 'ਚ ਆਪਾਂ ਕੰਮ ਕਰਦੇ, ਜਿੱਥੇ ਜ਼ਿਆਦਾ ਲੋਕ ਆਪਣੇ ਆਲੇ ਦੁਆਲੇ ਰਹਿੰਦੇ ਨੇ, ਸੋ ਆਪਾਂ ਨੂੰ ਨਹੀਂ ਪਤਾ ਕਦੋਂ ਕੌਣ ਆਪਣੇ ਉੱਤੇ ਨਜ਼ਰ ਰੱਖ ਰਿਹਾ ਹੋਵੇ, ਆਪਣਾ ਏਟੀਐਮ ਦਾ ਪਿਨ ਕਿਸੇ ਨੂੰ ਪਤਾ ਲੱਗ ਜੇ। ਸੋ ਸਭ ਤੋਂ ਜ਼ਿਆਦਾ ਬੈਸਟ ਜਿਹੜੀ ਐਡਵਾਈਸ ਹੈ ਇੱਕ ਸਾਈਬਰ ਅਟੈਕ ਤੋਂ ਬਚਣ ਦੀ, ਉਹ ਇਹ ਹੈ ਕਿ ਤੁਸੀਂ ਥੋੜੇ ਥੋੜੇ ਟਾਈਮ ਬਾਅਦ ਜੋ ਵੀ ਆਪਣੇ ਪਾਸਵਰਡ ਨੇ, ਕੋਡਸ ਨੇ, ਉਹਨਾਂ ਨੂੰ ਬਦਲਦੇ ਰਹੋ। ਇਹ ਚੀਜ਼ ਬਹੁਤ ਜ਼ਰੂਰੀ ਹੈ। ਦੈਨ ਨੈਕਸਟ ਹੋਇਆ ਸੀ 1999 ਦੇ ਵਿੱਚ ਹੀ ਮੈਲੀਸਾ ਵਾਇਰਸ। ਜਿਹੜਾ ਇਹ ਮੈਲੀਸਾ ਵਾਇਰਸ ਸੀ, ਇਹਨੇ ਬੇਸਿਕਲੀ ਮਾਈਕਰੋਸਾਫਟ ਵਰਡ ਨੂੰ ਟਾਰਗੇਟ ਕੀਤਾ ਸੀ। ਤੇ ਉਸ ਤੋਂ ਬਾਅਦ ਇਹਦੇ ਤੋਂ ਬਚਣ ਦੀ ਐਡਵਾਈਸ ਕੀ ਹੈ ਕਿ ਕਦੇ ਵੀ ਨੈਟ ਤੋਂ ਰੈਂਡਮ ਫਾਈਲਸ ਡਾਊਨਲੋਡ ਨਾ ਕਰੋ, ਸਿਰਫ ਸਹੀ ਆਥੋਰਾਈਜ਼ਡ ਵੈਬਸਾਈਟਸ ਤੋਂ ਹੀ ਮਟੀਰੀਅਲ ਡਾਊਨਲੋਡ ਕਰੋ। ਨੈਕਸਟ ਹੈ ਹਾਰਟਲੈਂਡ ਪੇਮੈਂਟ ਸਿਸਟਮ 2008। ਸੋ ਜਿਹੜਾ ਇਹ ਅਟੈਕ ਹੋਇਆ ਸੀ, ਬੇਸਿਕਲੀ ਇਹ ਇੱਕ ਪੇਮੈਂਟ ਪ੍ਰੋਸੈਸਿੰਗ ਕੰਪਨੀ ਹੈ ਹਾਰਟਲੈਂਡ, ਉਹਦੇ ਸਿਸਟਮ ਉੱਤੇ ਅਟੈਕ ਹੋਇਆ ਸੀ। ਸੋ ਇੱਕ ਐਸਕਿਊਐਲ ਇੰਜੈਕਸ਼ਨ ਉਹਦੇ ਥਰੂ ਹੋਇਆ, ਇੱਕ ਮਾਲਵੇਅਰ ਦੀ ਕੈਟੇਗਰੀ ਸੀ। ਸੋ ਕਹਿੰਦੇ ਇਹਦੇ ਨਾਲ ਲੈ ਕੇ ਕੀ ਐਡਵਾਈਸ ਆਪਾਂ ਦੇਖ ਸਕਦੇ ਹਾਂ। ਸੋ ਇਹਨੂੰ ਲੈ ਕੇ ਇਹੀ ਐਡਵਾਈਸ ਹੈ ਵੀ ਕਦੇ ਵੀ ਤੁਸੀਂ ਕਿਸੇ ਥਰਡ ਪਾਰਟੀ ਸੌਫਟਵੇਅਰ ਨੂੰ ਸਿਕਿਉਰ ਨਾ ਮੰਨੋ। ਤੁਸੀਂ ਕੋਈ ਨੈਟ ਤੋਂ ਸੌਫਟਵੇਅਰ ਡਾਊਨਲੋਡ ਕਰ ਰਹੇ ਹੋ, ਆਪਣੇ ਕੰਪਿਊਟਰ 'ਚ ਪਾ ਰਹੇ ਹੋ, ਕੋਈ ਐਪ ਡਾਊਨਲੋਡ ਕਰ ਰਹੇ ਹੋ, ਆਪਣੇ ਫੋਨ 'ਚ ਪਾ ਰਹੇ ਹੋ, ਕਦੇ ਵੀ ਬਿਨਾਂ ਆਥੋਰਾਈਜ਼ੇਸ਼ਨ ਵਾਲਾ, ਬਿਨਾਂ ਪੂਰੇ ਚੈੱਕ ਕੀਤੇ ਤੁਸੀਂ ਕਿਸੇ ਦੀ ਵੀ ਸਿਕਿਉਰਿਟੀ ਉੱਤੇ ਟਰਸਟ ਨਹੀਂ ਕਰਨਾ। ਹਮੇਸ਼ਾ ਇੱਕ ਸਪੈਸ਼ਲਿਸਟ ਦੀ ਸਲਾਹ ਲੈ ਕੇ ਹੀ ਤੁਸੀਂ ਕੋਈ ਵੀ ਚੀਜ਼ ਨੂੰ ਇੰਸਟਾਲ ਕਰੋ, ਡਾਊਨਲੋਡ ਕਰੋ। ਦੈਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ 3-4 ਐਗਜ਼ਾਮਸ ਦੇ ਵਿੱਚ ਤਾਂ ਮੈਂ ਖੁਦ ਦੇਖ ਚੁੱਕਿਆ ਕੁਐਸਚਨ, that is about WannaCry। ਸੋ WannaCry ਇੱਕ ਪੂਰੇ ਵਰਲਡ ਲੈਵਲ ਦਾ ਗਲੋਬਲ ਰੈਂਸਮਵੇਅਰ ਅਟੈਕ ਹੋਇਆ ਸੀ, ਜਿਹਨੇ ਬਹੁਤ ਸਾਰੀਆਂ ਕੰਟਰੀਜ਼ 2017 'ਚ ਹੋਇਆ, ਬਹੁਤ ਕੰਟਰੀਜ਼, ਬਹੁਤ ਅਲੱਗ-ਅਲੱਗ ਏਰੀਆਜ਼ ਉੱਤੇ ਇਫੈਕਟ ਕੀਤਾ। ਬੇਸਿਕਲੀ ਇਹ ਕੀ ਕਰਦਾ ਸੀ, ਜੋ ਵੀ ਯੂਜ਼ਰ ਦਾ ਡੇਟਾ ਸੀ ਉਹਨੂੰ ਵਿੱਚ ਅਟੈਕ ਕਰਕੇ ਆਪਣੀ ਮਰਜ਼ੀ ਦੇ ਨਾਲ ਚੇਂਜ ਕਰ ਰਿਹਾ ਸੀ ਇਨਕ੍ਰਿਪਸ਼ਨ ਉੱਤੇ। ਜਿਹੜੀ ਥਰਡ ਪਾਰਟੀ ਤੋਂ ਬਚਾਉਣ ਦੇ ਲਈ ਆਪਾਂ ਇਨਕ੍ਰਿਪਸ਼ਨ ਕਰਦੇ ਹਾਂ, ਉਹਦੇ ਉੱਤੇ ਅਟੈਕ ਸੀ। ਤੇ ਇਹਦੇ ਬਹੁਤ ਸਾਰੇ ਨਾਮ ਸੀ, WannaCrypt, WannaCrypt OR, WRIPT ਐਂਡ WCry। ਸੋ ਇਹ ਨਾਮ ਸੀ ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਜਿੱਥੇ-ਜਿੱਥੇ ਆਰਗੇਨਾਈਜੇਸ਼ਨ ਤੇ ਅਟੈਕ ਕੀਤਾ, ਸੋ ਉਹਦੇ ਅਕੋਰਡਿੰਗ ਇਹਨੂੰ ਅੱਡ-ਅੱਡ ਨਾਮ ਮਿਲੇ। ਸੋ ਉਸ ਤੋਂ ਬਾਅਦ ਐਡਵਾਈਸ ਕੀ ਹੈ ਕਿ ਆਪਣੇ ਸਿਸਟਮ ਨੂੰ ਬਚਾ ਕੇ ਰੱਖਣ ਦੇ ਲਈ ਬਾਰ-ਬਾਰ ਅਪਡੇਟ ਕਰੋ। ਜਿੰਨਾ ਪੁਰਾਣਾ, ਜਿੰਨਾ ਵੀਕ ਤੁਹਾਡਾ ਅੰਦਰਲਾ ਆਪਰੇਟਿੰਗ ਸਿਸਟਮ ਹੋਊਗਾ, ਓਨਾ ਜ਼ਿਆਦਾ ਖਤਰਾ ਬਣਿਆ ਰਹਿੰਦਾ ਕਿਸੇ ਵਾਇਰਸ ਦਾ, ਕਿਸੇ ਵੀ ਮਾਲਵੇਅਰ ਦਾ ਅਟੈਕ ਹੋਣ ਦਾ। ਦੈਨ WHO ਬਹੁਤ ਰੀਸੈਂਟ, ਹੁਣ ਮੈਂ ਤੁਹਾਡੇ ਨਾਲ ਇੰਪੋਰਟੈਂਟ ਦੋ ਲੈ ਕੇ ਆ ਰਹੀ ਹਾਂ ਲਾਸਟ ਵਿੱਚ। ਵਰਲਡ ਹੈਲਥ ਆਰਗੇਨਾਈਜੇਸ਼ਨ ਉੱਤੇ ਹੁਣੀ 2020 'ਚ ਜਦੋਂ COVID-19 ਪੀਕ ਤੇ ਚੱਲ ਰਿਹਾ ਸੀ, ਤਾਂ ਉਸ ਟਾਈਮ ਬਹੁਤ ਸਾਰਾ ਜਿਹੜਾ ਸਟਾਫ ਸੀ ਜੋ ਕੋਵਿਡ ਨੂੰ ਲੈ ਕੇ ਬਹੁਤ ਰੂਲਸ ਵਗੈਰਾ ਬਣਾਉਂਦੇ ਸੀ, ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਵਾਇਰਸ ਨਾਲ ਰਿਲੇਟਡ ਈਮੇਲਸ ਆ ਰਹੀਆਂ ਸੀ ਸਟਾਫ ਨੂੰ। ਸੋ ਉਸ ਤੋਂ ਬਾਅਦ ਕੀ ਹੋਇਆ, ਜਿਹੜਾ ਸਟਾਫ ਸੀ ਉਹਨਾਂ ਨੂੰ ਐਡਵਾਈਸ ਦਿੱਤੀ ਗਈ ਕਿ ਤੁਸੀਂ ਆਪਣੇ ਸਾਰੇ ਦੇ ਸਾਰੇ ਪਾਸਵਰਡ ਚੇਂਜ ਕਰ ਲਓ। ਸੋ ਇਹਦੇ ਵਿੱਚ ਮੇਨ ਜਿਹੜੀਆਂ ਆਰਗੇਨਾਈਜੇਸ਼ਨ ਜਿਨ੍ਹਾਂ ਦੇ ਉੱਤੇ ਇਹ ਅਟੈਕ ਹੋਇਆ ਵਾਇਰਸ ਦਾ, ਉਹ ਹੋਇਆ ਸੀ ਨੈਸ਼ਨਲ ਇੰਸਟੀਚਿਊਟ ਆਫ ਹੈਲਥ, WHO, ਗੇਟਸ ਫਾਊਂਡੇਸ਼ਨ, ਜਿਹੜੀ ਬਿਲ ਐਂਡ ਮਿਲਿੰਦਾ ਗੇਟਸ ਦੀ ਫਾਊਂਡੇਸ਼ਨ ਹੈ ਉਹਦੇ ਉੱਤੇ। ਸੋ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਆਲਰੇਡੀ ਇਹਦੇ ਬਾਰੇ ਇੱਕ ਅਲੱਗ ਤੋਂ ਪੂਰੀ ਵੀਡੀਓ ਦੇ ਚੁੱਕੀ ਹਾਂ। ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਤੁਸੀਂ ਇਹਨੂੰ ਬਿਲਕੁਲ ਵੀ ਮਿਸ ਨਹੀਂ ਕਰ ਸਕਦੇ। ਸੋ ਪੈਗਾਸਸ ਇਸ਼ੂ 2021 ਦਾ ਆਪਣਾ ਕਰੰਟ ਇਸ ਟਾਈਮ ਵੀ ਚੱਲ ਰਿਹਾ। ਸੋ ਇਹ ਇੱਕ ਸਪਾਈਵੇਅਰ ਹੈ, ਤੁਹਾਡੇ ਉੱਤੇ ਜਾਸੂਸੀ ਕਰਦਾ ਹੈ, ਤੁਹਾਨੂੰ ਪਤਾ ਵੀ ਨਹੀਂ ਲੱਗਦਾ, ਬਿਨਾਂ ਕੁਝ ਖੋਲੇ, ਬਿਨਾਂ ਈਵਨ ਕਲਿੱਕ ਕੀਤੇ, ਬਿਨਾਂ ਕਿਸੇ ਲਿੰਕ ਤੋਂ ਸਾਰੀ ਦੀ ਸਾਰੀ ਤੁਹਾਡੀ ਇਨਫੋਰਮੇਸ਼ਨ ਐਜ਼ ਇਟ ਇਜ਼ ਅਟੈਕਰ ਕੋਲ ਪਹੁੰਚ ਜਾਂਦੀ ਹੈ। ਤੁਸੀਂ ਇਹ ਸਮਝੋ ਕਿ ਇੱਕ ਫੋਨ ਤੁਹਾਡੇ ਹੱਥ 'ਚ ਹੈ, ਸੇਮ ਐਜ਼ ਇਟ ਇਜ਼ ਡਿਵਾਈਸ, ਜਿਵੇਂ ਜਿਵੇਂ ਤੁਸੀਂ ਖੋਲ ਰਹੇ ਹੋ ਉਵੇਂ ਉਵੇਂ ਕਿਸੇ ਹੋਰ ਬੰਦੇ ਦੇ ਅੱਗੇ ਉਹ ਖੁੱਲਿਆ ਪਿਆ। ਸੋ ਹੁਣ ਆਪਾਂ ਦੇਖਦੇ ਹਾਂ ਕਿ ਜਿਹੜਾ ਇੱਕ ਵਾਇਰਸ ਦਾ ਅਟੈਕ ਹੁੰਦਾ ਹੈ, ਉਹਨੂੰ ਬਚਣ ਦੇ ਲਈ ਆਪਾਂ ਇੱਕ ਐਂਟੀ ਵਾਇਰਸ ਸੌਫਟਵੇਅਰ ਆਪਣੇ ਕੰਪਿਊਟਰ 'ਚ, ਆਪਣੇ ਕੋਈ ਵੀ ਡਿਵਾਈਸ ਹੈ ਉਹਦੇ 'ਚ ਇੰਸਟਾਲ ਕਰਦੇ ਹਾਂ। ਸੋ ਐਂਟੀ ਵਾਇਰਸ ਵੈਸੇ ਤਾਂ ਇਸ ਟੌਪਿਕ ਦੇ ਅੰਦਰ ਐਜ਼ ਇਟ ਇਜ਼ ਕਵਰ ਨਹੀਂ ਕਰਵਾਉਣ ਦੀ ਜ਼ਰੂਰਤ ਸੀ, ਬਟ ਮੈਨੂੰ ਲੱਗਿਆ ਕਿ ਇਹ ਬਹੁਤ ਰੈਲੇਵੈਂਟ ਟੌਪਿਕ ਹੈ, ਇਹਦੇ ਵਿੱਚੋਂ ਕਾਫੀ ਵਾਰੀ ਕੁਐਸਚਨ ਆਏ ਨੇ। ਸੋ ਇਸ ਲਈ ਮੈਂ ਤੁਹਾਨੂੰ ਇੱਕ ਰੈਫਰੈਂਸ ਦੇ ਰਹੀ ਹਾਂ ਉਰੇ ਐਂਟੀ ਵਾਇਰਸ ਦੀ।
So antivirus software is a type of utility used to scan and remove virus from your computer. So ਜੇ ਤੁਹਾਡੇ ਕੰਪਿਊਟਰ ਦੇ ਵਿੱਚ ਤੁਸੀਂ ਦੇਖਿਆ ਹੋ ਐਂਟੀਵਾਇਰਸ ਕੋਈ ਵੀ ਵਾਇਰਸ ਨਾਲ ਲੜਨ ਦੇ ਲਈ ਇੱਕ ਸੌਫਟਵੇਅਰ ਐਂਟੀ ਦਾ ਮਤਲਬ ਹੈ ਕਿ ਵਾਇਰਸ ਦੇ ਅਗੇਂਸਟ ਸੋ ਵਾਇਰਸ ਦੇ ਅਗੇਂਸਟ ਲੜਨ ਦੇ ਲਈ ਜਿਹੜਾ ਇੱਕ ਸੌਫਟਵੇਅਰ ਤੁਸੀਂ ਆਪਣੇ ਕੰਪਿਊਟਰ ਲੈਪਟਾਪ ਫੋਨ 'ਚ ਇੰਸਟਾਲ ਕਰਦੇ ਹੋ ਉਹਨੂੰ ਆਪਾਂ ਨੇ ਨਾਮ ਦਿੱਤਾ ਹੈ ਐਂਟੀਵਾਇਰਸ ਦਾ। ਤੁਸੀਂ ਦੇਖਿਆ ਹੋਊਗਾ ਜਿਹਦੇ ਵੀ ਲੈਪਟਾਪ ਦੇ ਵਿੱਚ ਇੱਕ ਐਂਟੀਵਾਇਰਸ ਇੰਸਟਾਲਡ ਹੈ ਜਦੋਂ ਵੀ ਤੁਸੀਂ ਕੋਈ ਨਵੀਂ ਪੈਨ ਡਰਾਈਵ ਵਗੈਰਾ ਪਾਉਂਦੇ ਹੋ ਤਾਂ ਪਹਿਲਾਂ ਫਟਾਫਟ ਉਹ ਖੁੱਲ ਕੇ ਆਪਣੇ ਸਾਹਮਣੇ ਜੋ ਵੀ ਵਾਇਰਲ ਫਾਈਲਸ ਨੇ ਜੋ ਵੀ ਖਰਾਬ ਫਾਈਲਸ ਨੇ ਉਹ ਆਪਣੇ ਸਾਹਮਣੇ ਆ ਜਾਂਦੀ ਹੈ ਤੇ ਆਪਣੇ ਕੋਲ ਆਪਸ਼ਨ ਹੁੰਦੀ ਹੈ ਕਿ ਆਪਾਂ ਨੇ ਐਜ਼ ਇਟ ਇਜ਼ ਉਹਨਾਂ ਨੂੰ ਅਲਾਉ ਕਰਨਾ ਹੈ ਜਾਂ ਫਿਰ ਆਪਾਂ ਨੇ ਉਹਨਾਂ ਨੂੰ ਰਿਮੂਵ ਕਰਨਾ ਹੈ। ਸੋ ਇਹ ਕੀ ਕਰਦਾ ਕੰਪਿਊਟਰ ਤੱਕ ਆਪਣਾ ਡੇਟਾ ਪਹੁੰਚਣ ਤੋਂ ਪਹਿਲਾਂ ਉਸ ਡੇਟਾ ਨੂੰ ਸਕੈਨ ਕਰਕੇ ਚੰਗੀ ਤਰ੍ਹਾਂ ਜੋ ਵੀ ਵਾਇਰਸ ਦੇ ਨਾਲ ਇਨਫੈਕਟਡ ਫਾਈਲਸ ਨੇ ਉਹਨਾਂ ਨੂੰ ਰਿਮੂਵ ਕਰ ਦਿੰਦਾ ਹੈ। ਸੋ ਹੁਣ ਕੁਝ ਇੰਪੋਰਟੈਂਟ ਚਾਰ ਮੈਂ ਤੁਹਾਡੇ ਨਾਲ ਟਾਈਪਸ ਡਿਸਕਸ ਕਰੂੰਗੀ ਐਂਟੀਵਾਇਰਸ ਦੀਆਂ। ਸੋ ਪਹਿਲੀ ਹੈ ਐਡਵੇਅਰ। ਸੋ ਐਡਵੇਅਰ ਇੱਕ ਸੌਫਟਵੇਅਰ ਹੈ, ਇਹਨੂੰ ਲਾਵਾ ਸੌਫਟ ਕੰਪਨੀ ਨੇ ਕ੍ਰੀਏਟ ਕੀਤਾ। ਇਹ ਨਾਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਦੈਨ ਮੈਕੈਫੇ, ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ। ਹੁਣ ਜਿਵੇਂ ਸਪਾਈਵੇਅਰ ਜਿਹੜਾ ਮੈਂ ਤੁਹਾਨੂੰ ਦੱਸਿਆ ਜਿਵੇਂ ਪੈਗੈਸਿਸ ਸੀਗਾ, ਕੋਈ ਵੀ ਜਾਸੂਸੀ ਵਾਲੇ ਜਿਹੜੇ ਸਪਾਈਵੇਅਰਸ ਨੇ ਮਾਲਵੇਅਰਸ ਨੇ ਇਹਨਾਂ ਤੋਂ ਬਚਣ ਦੇ ਲਈ ਮੈਕੈਫੇ ਕੰਮ ਕਰਦਾ ਹੈ। ਤੁਸੀਂ ਐਗਜ਼ਾਮ ਦੇ ਲਈ ਇਹ ਯਾਦ ਰੱਖਣਾ ਹੈ ਵੀ ਕਿਹੜੀ ਕਾਈਂਡ ਕਿਸ ਤਰ੍ਹਾਂ ਦੇ ਵਾਇਰਸ ਦੇ ਅਗੇਂਸਟ ਤੁਹਾਡੀ ਹੈਲਪ ਕਰਦਾ ਹੈ। ਦੈਨ ਕੈਸਪਰਸਕਾਈ, ਇਹ ਰਸ਼ੀਆ ਦੇ ਵਿੱਚ ਡਿਵੈਲਪ ਕੀਤਾ ਗਿਆ ਪਰ ਇਹ ਜ਼ਿਆਦਾ ਪਪੂਲਰ ਨਹੀਂ ਹੈ। ਦੈਨ ਲਾਸਟ ਸਭ ਤੋਂ ਇੰਪੋਰਟੈਂਟ ਸਭ ਤੋਂ ਪਪੂਲਰ ਹੈ ਨੋਰਟਨ। ਸੋ ਨੋਰਟਨ ਹੈ ਜਿਹੜਾ ਇਹਨੂੰ ਸਿਮੈਂਟਿਕ ਨੇ ਮੈਨੂਫੈਕਚਰ ਕੀਤਾ। ਤੁਸੀਂ ਇਹ ਨਾਮ ਯਾਦ ਰੱਖਣਾ ਹੈ ਤੇ ਆਲਮੋਸਟ ਇਹ ਹਰ ਤਰ੍ਹਾਂ ਦੇ ਵੱਡੇ ਤੋਂ ਵੱਡੇ ਵਾਇਰਸ ਦੇ ਅਗੇਂਸਟ ਆਪਣੇ ਡਿਵਾਈਸ ਦੀ ਪ੍ਰੋਟੈਕਸ਼ਨ ਕਰਦਾ ਹੈ। ਸੋ ਹੁਣ ਆਪਾਂ ਕੁਝ MCQs ਦੇਖ ਲੈਂਦੇ ਹਾਂ ਇਸ ਟੌਪਿਕ ਦੇ ਨਾਲ ਰਿਲੇਟਿਡ। ਸੋ ਪਹਿਲਾ ਹੈ ਸਾਈਬਰ ਸਿਕਿਉਰਿਟੀ ਇਜ਼ ਪ੍ਰਾਇਮਰੀਲੀ ਅਬਾਊਟ। ਸਾਈਬਰ ਸਿਕਿਉਰਿਟੀ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਹੈ? ਸੋ ਸਾਈਬਰ ਸਿਕਿਉਰਿਟੀ ਦੇ ਵਿੱਚ ਇਹ ਤਿੰਨੋਂ ਚੀਜ਼ਾਂ ਨੇ, ਲੋਕ ਵੀ ਨੇ, ਲੋਕਾਂ ਦੀ ਆਇਡੈਂਟੀਟੀ ਵੀ ਬਚਾਉਂਦਾ, ਪ੍ਰੋਸੈਸਿਸ, ਟੈਕਨੋਲੋਜੀ, ਤਿੰਨੋਂ ਚੀਜ਼ਾਂ ਦੀ ਸੇਫਟੀ ਕੌਣ assure ਕਰਦਾ ਹੈ? ਸਾਈਬਰ ਸਿਕਿਉਰਿਟੀ। ਸੈਕਿੰਡ, which of the following usually observe each activity on the internet of victim and gather all information in background and send it to someone else? ਉਰੇ ਆ ਗਿਆ observe word। observe ਮਤਲਬ ਹੈ ਕਿਸੇ ਨੂੰ ਦੇਖਣਾ, ਜਾਸੂਸੀ ਕਰਨੀ। ਸੋ ਤੁਸੀਂ ਫਟਾਫਟ ਗੈਸ ਕਰ ਸਕਦੇ ਹੋ ਕਿ ਇਹਦਾ ਸਹੀ ਉੱਤਰ ਹੈ ਆਪਸ਼ਨ B, spyware। Next is cyber security is the protection of। ਸਾਈਬਰ ਸਿਕਿਉਰਿਟੀ ਕਿਸ ਚੀਜ਼ ਦੀ ਪ੍ਰੋਟੈਕਸ਼ਨ ਕਰਦਾ ਹੈ? ਸੋ ਸਾਈਬਰ ਸਿਕਿਉਰਿਟੀ ਜੋ ਵੀ ਇੰਟਰਨੈਟ ਦਾ ਕਨੈਕਟਡ ਸਿਸਟਮ ਹੈ ਉਹਦੀ ਪ੍ਰੋਟੈਕਸ਼ਨ ਕਰਦਾ ਹੈ, ਕਿਉਂਕਿ ਸਾਈਬਰ ਅਟੈਕ ਹੀ ਉਹ ਚੀਜ਼ਾਂ ਦੇ ਹੁੰਦਾ ਜਿਹੜੇ ਇੰਟਰਨੈਟ ਦੇ ਨਾਲ ਕਨੈਕਟਡ ਨੇ। ਸੋ ਉਹਦੇ ਨਾਨ ਇੰਟਰਨੈਟ ਕਨੈਕਟਡ ਸਿਸਟਮ ਦੀ ਤਾਂ ਕੋਈ ਗੱਲ ਹੀ ਨਹੀਂ। ਸੋ ਲਾਸਟ ਆਪਣਾ MCQ ਹੈ which malicious program cannot do anything until action are taken to activate the file attached। ਸੋ ਕਹਿੰਦੇ ਕਿਹੜਾ ਇਹ ਜਿਹਾ ਇੱਕ ਮਾਲਵੇਅਰ ਹੈ ਜਿਹੜਾ ਜਦੋਂ ਤੱਕ ਆਪਾਂ ਨਾ ਖੋਲੀਏ ਉਹਨੂੰ ਛੇੜੀਏ ਨਾ ਉਦੋਂ ਤੱਕ ਉਹ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ। ਸੋ ਉਹ ਹੈ ਵਾਇਰਸ। ਜਦੋਂ ਤੱਕ ਆਪਾਂ ਕੋਈ ਵਾਇਰਸ ਇਨਫੈਕਟਡ ਫਾਈਲ ਨੂੰ ਓਪਨ ਨਾ ਕਰੀਏ, ਟੱਚ ਨਾ ਕਰੀਏ, ਉਹਦਾ ਲਿੰਕ ਨਾ ਓਪਨ ਕਰੀਏ, ਉਦੋਂ ਤੱਕ ਆਪਾਂ ਨੂੰ ਉਹਦਾ ਕੋਈ ਖਤਰਾ ਨਹੀਂ। So this was all about our topic on cyber security. We have read about cyber attacks, then we talked about major historical cyber attacks, and last ਵਿੱਚ ਆਪਾਂ antivirus ਬਾਰੇ ਪੜਿਆ। So I hope ਤੁਹਾਨੂੰ ਇਹ ਵੀਡੀਓ ਇਹ topic ਪੂਰੀ ਚੰਗੀ ਤਰ੍ਹਾਂ ਸਮਝ ਆਇਆ ਹੋਊਗਾ। So I want to repeat here that this topic is very very important। So ਜਿੰਨੇ ਵੀ types ਹੈ cyber attack ਦੇ ਉਹ ਤੁਸੀਂ 2-3 ਵਾਰੀ ਘੱਟੋ ਘੱਟ exam ਤੋਂ ਪਹਿਲਾਂ read ਕਰਨੇ ਆ, ਚੰਗੀ ਤਰ੍ਹਾਂ ਤੁਹਾਨੂੰ tips ਤੇ ਹੋਣੇ ਚਾਹੀਦੇ ਆ। ਸੋ ਕੱਲ ਨੂੰ ਮੈਂ ਤੁਹਾਡੇ ਨਾਲ ਆਪਣੇ ਇਹ ਪੂਰੇ ਕੰਪਿਊਟਰ ਟੌਪਿਕ ਦੇ ਵਿੱਚ ਜੋ 12 ਟੌਪਿਕ ਸੀ ਸਬ ਇੰਸਪੈਕਟਰ ਐਗਜ਼ਾਮ ਦੇ ਲਈ, ਉਹਦਾ ਮੈਂ ਤੁਹਾਡੇ ਨਾਲ ਲਾਸਟ ਟੌਪਿਕ ਮਾਈਕਰੋਸਾਫਟ ਆਫਿਸ ਡਿਸਕਸ ਕਰੂੰਗੀ। ਸੋ ਉਹਦੇ ਨਾਲ ਹੀ ਆਪਣਾ ਕੱਲ ਨੂੰ ਇੱਕ ਮੇਜਰ ਪੋਰਸ਼ਨ ਸਬ ਇੰਸਪੈਕਟਰ ਐਗਜ਼ਾਮ ਦਾ ਕੰਪਲੀਟ ਹੋ ਜੂ। ਐਂਡ ਨਾਲ ਫਿਰ ਮੈਂ ਮੰਡੇ ਤੋਂ ਇਕਨੋਮਿਕਸ ਸਟਾਰਟ ਕਰ ਰਹੀ ਹਾਂ। ਡੇਲੀ ਬੇਸਿਸ ਤੇ ਇੱਕ ਲੈਕਚਰ ਇਕਨੋਮਿਕਸ ਦਾ ਆਇਆ ਕਰੂਗਾ, ਨਾਲ ਵਿੱਚ ਮੈਂ ਤੁਹਾਨੂੰ ਸਾਇੰਸ ਐਂਡ ਟੈਕਨੋਲੋਜੀ ਦੇ MCQs ਜਾਂ ਫਿਰ ਕਦੇ ਪੰਜਾਬੀ ਲੈਂਗੁਏਜ ਦੀ ਗ੍ਰਾਮਰ ਦੀ ਪੂਰੀ ਵੀਡੀਓ ਹੋਗੀ। Also I will cover as soon as possible part 2 of Punjab culture, and please ਤੁਸੀਂ ਮੈਨੂੰ comment ਕਰਕੇ ਦੱਸਿਓ that whether you want to take up any subject like reasoning or mathematics or not।
ਸੋ ਉਸ ਜਿਹੜਾ ਸਬਜੈਕਟ ਹੋਊਗਾ ਉਹ ਮੈਂ ਇਸ ਵੀਕ ਤੋਂ ਬਾਅਦ ਜਿਹੜਾ ਨੈਕਸਟ ਕਮਿੰਗ ਵੀਕ ਹੋਊਗਾ ਉਹਦੇ ਵਿੱਚ ਲਵਾਂਗੀ। ਸੋ ਤੁਸੀਂ ਮੈਨੂੰ ਪਲੀਜ਼ ਕਮੈਂਟ ਕਰਕੇ ਦੱਸਣਾ ਕਿ ਮੈਂ ਤੁਹਾਨੂੰ ਰੀਜ਼ਨਿੰਗ ਕਰਵਾਵਾਂ ਜਾਂ ਫਿਰ ਕੁਆਂਟ, ਮੈਂਟਲ ਐਬਿਲਿਟੀ, ਮੈਥਮੈਟਿਕਸ ਕੋਈ ਉਹਨਾਂ ਦੀਆਂ ਟ੍ਰਿਕਸ ਵਗੈਰਾ ਕਰਵਾਵਾਂ। Please do like, share, comment, and also support my channel. Share it with your friends and family. Thank you and good luck.